राम कली की वार राय बालवंड तथा सतै डूम आखी। इक ओंकार सत गुर प्रसाद। नाउ करता कादर करे क्यों बोल होवै जो कीमत। दे गुना सत भैण भराव हैं। आरंगत दान पड़ी वंदै। नाउ करता कादर करे क्यों बोल होवै जो कीमत। दे गुना सत भैण भराव हैं। पारंगत दान पड़ी वंदै। नानक राज चलाया सच कोट सताणी नीम दै। लहणे तयोन छत सिर कर सिफती अमृत पीम दै। मत गुर आत्म देव दी खड़ग जोर परा कोय जी दै। गुर चेले रह रास की नानक सलामत थीम दै। शह टिका दितोस जीव दै। गुर चेले रह रास की नानक सलामत थीम दै। शह टिका दितोस जीव दै। वाहिगुरु जी का खालसा वाहिगुरु जी की फतेह। परम सत्कारयोग सतगुरु गुरु ग्रंथ साहिब सच्चे पातशाह महाराज जी दे पावन दरबार दियां हाजरियां भर रहे गुरु सवारे सतसंगी जनों, अकाल पुरख जी ने अपार रहमत बख्शिश किरपा कीती है। हजूर दी अमृतमयी पावन बाणी का कीर्तन सत्कारयोग भाई साहब जी ने आपां सारियां नूं श्रवण करवाया है, जिस दा लाहा आप जी ने सत संगत रूप विच सज के प्राप्त किया है। सतगुरु धन धन गुरु ग्रंथ साहब महाराज जी की पवित्र बाणी दे विच कुल 22 वारां सुभायमान ने। उन्हां 22 वारां दे विच एक वार सतगुरु सच्चे पातशाह महाराज जी के दर दे बड़े अनिन्न गुरसिख गुरमत दे सिद्धांत, गुरमत की मर्यादा ते गुरमत की विचारधारा नूं जानन वाले, जीउण वाले, अपनाउण वाले गुरु दरबार दे सत्कारत कीर्तनीय भाई सत्ता जी ते भाई बलवंड जी तिन्हां दी आखी हुई है, उचारण कीती हुई है।
ਰਾਗ ਰਾਮਕਲੀ ਦੇ ਵਿੱਚ। ਜ਼ਿਕਰਯੋਗ ਹੈ ਕਿ ਰਾਮਕਲੀ ਰਾਗ ਦੇ ਵਿੱਚ ਵੀ ਕੁੱਲ 3 ਵਾਰਾਂ ਨੇ ਔਰ ਇਹ ਤੀਸਰੀ ਵਾਰ ਹੈ ਜਿਹੜੀ ਉਹਨਾਂ ਨੇ ਉਚਾਰਨ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਜੋ 22 ਵਾਰਾਂ ਦਰਜ ਨੇ ਉਹਦੇ ਵਿੱਚ ਸਭ ਤੋਂ ਛੋਟੀ ਵਾਰ ਹੈ ਰਾਗ ਬਸੰਤ ਵਿੱਚ, ਜਿਸ ਦੀਆਂ 3 ਪੌੜੀਆਂ ਨੇ। ਇਹ ਰਾਗ ਰਾਮਕਲੀ ਕੀ ਵਾਰ ਜੋ ਹੈ ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਦੀ ਉਚਾਰਨ ਕੀਤੀ ਹੋਈ, ਇਸ ਦੀਆਂ 8 ਪੌੜੀਆਂ ਨੇ ਔਰ ਇਹਨਾਂ ਦੋਵਾਂ ਹੀ ਵਾਰਾਂ ਦੇ ਨਾਲ ਕੋਈ ਸ਼ਲੋਕ ਦਰਜ ਨਹੀਂ। ਬਾਕੀ ਜੋ 20 ਵਾਰਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਨੇ ਉਹਨਾਂ ਦੇ ਨਾਲ ਸ਼ਲੋਕ ਦਰਜ ਕੀਤੇ ਗਏ ਨੇ, ਹਰ ਇੱਕ ਪੌੜੀ ਦੇ ਨਾਲ। ਵਾਰ ਦਾ ਅਰਥ ਹੁੰਦਾ ਹੈ ਪੁਰਾਤਨ ਪੰਜਾਬੀ ਕਾਵਿ ਦਾ ਇੱਕ ਪੁਰਾਣਾ ਰੂਪ ਹੈ। ਇਸ ਨੂੰ ਵਿਦਵਾਨ ਮੰਨਦੇ ਹਨ ਕਿ ਵਾਰ ਸ਼ਬਦ ਸੰਸਕ੍ਰਿਤ ਵਿੱਚੋਂ ਸਫ਼ਰ ਕਰਦਾ ਕਰਦਾ ਪੰਜਾਬੀ ਦੇ ਵਿੱਚ ਪਹੁੰਚਿਆ ਤੇ ਵਾਰ ਦੇ ਵਿੱਚ ਜੋ ਪੁਰਾਣੇ ਗਵਈਏ ਇਸ ਨੂੰ ਗਾਇਆ ਕਰਦੇ ਸਨ ਉਹ ਪੌੜੀਆਂ ਹੀ ਹੁੰਦੀਆਂ ਸਨ। ਪੌੜੀਆਂ ਦੇ ਰੂਪ ਵਿੱਚ ਇਸ ਨੂੰ ਗਾਉਣ ਦਾ ਰਿਵਾਜ ਸੀ ਤੇ ਵਾਰਾਂ ਦੀਆਂ ਪੌੜੀਆਂ ਦੇ ਵਿੱਚ ਕਿਸੇ ਯੋਧੇ ਦੀ, ਕਿਸੇ ਸੂਰਮਤਾਈ ਦੀ, ਕਿਸੇ ਘਟਨਾ ਦਾ ਜ਼ਿਕਰ ਕੀਤਾ ਜਾਂਦਾ ਸੀ ਜਾਂ ਕੋਈ ਐਸੀ ਘਟਨਾ ਜਿਹੜੀ ਖਾਸ ਤੌਰ ਉੱਤੇ ਲੋਕਾਂ ਦੇ ਦਿਲਾਂ ਵਿੱਚ ਵਸੀ ਹੋਵੇ, ਉਸ ਨੂੰ ਵਾਰਾਂ ਦੇ ਰਾਹੀਂ ਸੰਖੇਪ ਢੰਗ ਦੇ ਨਾਲ ਬਿਆਨ ਕੀਤਾ ਜਾਂਦਾ ਸੀ। ਇਹ ਵੀ ਸਮਝਣ ਵਾਲੀ ਗੱਲ ਹੈ ਕਿ ਵਾਰ ਦੇ ਵਿੱਚ ਕਿਸੇ ਦਾ ਸਮੁੱਚਾ ਜੀਵਨ ਨਹੀਂ ਸੀ ਬਿਆਨਿਆ ਜਾਂਦਾ, ਬਲਕਿ ਕੁਝ ਘਟਨਾਵਾਂ ਜਿਹੜੀਆਂ ਨੇ ਉਹਨਾਂ ਨੂੰ ਵਾਰ ਦੇ ਵਿੱਚ ਕਿਹਾ ਜਾਂਦਾ ਸੀ। ਗੁਰੂ ਗ੍ਰੰਥ ਸਾਹਿਬ ਜੀ ਦੀਆਂ 22 ਵਾਰਾਂ ਵਿੱਚੋਂ 9 ਵਾਰਾਂ ਐਸੀਆਂ ਨੇ ਜਿਨ੍ਹਾਂ ਦੇ ਨਾਲ ਪੁਰਾਤਨ ਧੁਨੀਆਂ ਦੀ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਟਾਈਟਲ ਜਿਹੜਾ ਹੈ ਉਹ ਦਰਜ ਕੀਤਾ ਹੈ, ਸਿਰਲੇਖ, ਕਿ ਇਹ 9 ਵਾਰਾਂ ਜਿਹੜੀਆਂ ਹਨ ਇਹਨਾਂ ਧੁਨਾਂ ਦੇ ਉੱਤੇ ਗਾਉਣੀਆਂ ਹਨ। ਜਿਵੇਂ ਆਪਾਂ ਆਸਾ ਕੀ ਵਾਰ ਦਾ ਪਾਠ ਕਰਦੇ ਹਾਂ ਤਾਂ ਉਹਦੇ ਆਰੰਭ ਵਿੱਚ ਇਹ ਸ਼ਬਦ ਆਉਂਦਾ ਹੈ, ਟੁੰਡੇ ਅਸ ਰਾਜੇ ਕੀ ਧੁਨੀ। ਇਸੇ ਤਰ੍ਹਾਂ ਰਾਏ ਕਮਾਲ ਦੀ ਮੋਜਦੀ ਕੀ ਵਾਰ ਕੀ ਧੁਨ ਉੱਪਰ ਗਾਵਣੀ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ 9 ਵਾਰਾਂ ਦੇ ਉੱਤੇ ਧੁਨੀਆਂ ਦਰਜ ਹਨ। ਧੁਨ ਦਾ ਅਰਥ ਹੁੰਦਾ ਹੈ ਜਿਸ ਧੁਨੀ ਦੇ ਵਿੱਚ, ਜਿਸ ਤਰੀਕੇ ਦੇ ਨਾਲ ਇਹ ਪੁਰਾਤਨ ਵਾਰਾਂ ਗਾਈਆਂ ਜਾਂਦੀਆਂ ਨੇ, ਉਹੀ ਧੁਨੀ ਦੇ ਵਿੱਚ ਇਸ ਵਾਰ ਨੂੰ ਗਾਉਣਾ ਹੈ। ਸਤਿਗੁਰੂ ਦੀ ਪਾਵਨ ਬਾਣੀ ਕਿਉਂਕਿ ਸਮੁੱਚੀ ਹੀ ਕਾਵਿ ਰੂਪ ਵਿੱਚ ਹੈ, ਇਸ ਵਾਸਤੇ ਮਹਾਰਾਜ ਨੇ ਰਾਗ-ਬੱਧ, ਲੈਅ-ਬੱਧ ਢੰਗ ਦੇ ਨਾਲ ਉਸ ਨੂੰ ਗਾਉਣ ਦੀਆਂ ਹਦਾਇਤਾਂ ਵੀ ਜਿਹੜੀਆਂ ਨੇ ਉਹ ਨਾਲ ਨਾਲ ਆਪਣੀ ਬਾਣੀ ਦੇ ਵਿੱਚ ਸਾਨੂੰ ਦਿੱਤੀਆਂ ਹੋਈਆਂ। ਕਿਹੜਾ ਰਾਗ, ਕਿਹੜਾ ਸ਼ਬਦ ਕਿਹੜੇ ਰਾਗ ਵਿੱਚ ਗਾਇਆ ਜਾਣਾ, ਕਿਹੜੇ ਤਾਲ ਵਿੱਚ ਗਾਇਆ ਜਾਣਾ, ਇਸ ਗੱਲ ਦਾ ਵੀ ਜ਼ਿਕਰ ਹੈ। ਵਾਰਾਂ ਦੇ ਉੱਤੇ ਧੁਨੀਆਂ ਵੀ ਦਰਜ ਨੇ। ਤੋ ਇਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਨਾਲ ਨਾਲ ਇਸ ਗੱਲ ਦਾ ਵੀ ਇਲਮ ਕਰਵਾਇਆ ਹੈ, ਸੋਝੀ ਕਰਵਾਈ ਹੈ, ਜਿਸ ਤੋਂ ਭਰਪੂਰ ਲਾਭ ਅਸੀਂ ਪ੍ਰਾਪਤ ਕਰ ਸਕਦੇ ਹਾਂ ਬੜੇ ਸੌਖੇ ਢੰਗ ਦੇ ਨਾਲ। ਗੁਰਬਾਣੀ ਦੇ ਟੀਕਾਕਾਰ ਜਿਹੜੇ ਹਨ, ਅਰਥ ਕਰਨ ਵਾਲੇ ਗੁਰਸਿੱਖ ਵਿਦਵਾਨ ਨੇ, ਉਹਨਾਂ ਪੁਰਾਤਨ ਧੁਨੀਆਂ ਦੀਆਂ ਕੁਝ ਕੁ ਪੰਕਤੀਆਂ ਜਿੰਨੀਆਂ ਕੁ ਉਹਨਾਂ ਨੂੰ ਮਿਲ ਸਕੀਆਂ ਨੇ ਉਹ ਉਹਨਾਂ ਨੇ ਨਾਲ ਨਾਲ ਲਿਖ ਕੇ ਇਸ ਗੱਲ ਦਾ ਜ਼ਿਕਰ ਵੀ ਕੀਤਾ ਹੈ ਵੀ ਇੰਨਾ ਕੁ ਸਾਨੂੰ ਪੁਰਾਣੀ ਕਵਿਤਾ ਦਾ ਇਹ ਨਮੂਨਾ ਜਿਹੜਾ ਹੈ ਉਹ ਪ੍ਰਾਪਤ ਹੋਇਆ ਜਿਸ ਤੋਂ ਅਸੀਂ ਸੇਧ ਲੈ ਸਕਦੇ ਹਾਂ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਸ ਵੇਲੇ ਪੋਥੀ ਸਾਹਿਬ ਦੀ ਸੰਪਾਦਨਾ ਕੀਤੀ ਹੈ, ਉਸ ਵਕਤ ਉਹਨਾਂ ਨੇ ਭਾਈ ਬਲਵੰਡ ਰਾਏ ਤੇ ਸੱਤਾ ਜੀ ਦੀ ਇਸ ਉਚਾਰਨ ਕੀਤੀ ਹੋਈ ਵਾਰ ਨੂੰ ਇਸ ਬਾਣੀ ਦੇ ਵਿੱਚ ਤਰਤੀਬ ਦੇ ਮੁਤਾਬਕ ਰਾਗ ਰਾਮਕਲੀ ਦੇ ਵਿੱਚ ਦਰਜ ਕੀਤਾ ਹੈ। ਔਰ ਇਸ ਗੱਲ ਬਾਬਤ 2 ਤਰ੍ਹਾਂ ਦੀਆਂ ਰਾਵਾਂ ਸਾਨੂੰ ਪ੍ਰਾਪਤ ਹੁੰਦੀਆਂ ਨੇ ਜੋ ਸਾਖੀ ਇਹਨਾਂ ਦੋਵਾਂ ਹੀ ਗੁਰੂ ਘਰ ਦੇ ਕੀਰਤਨੀਆਂ ਦੇ ਨਾਲ ਜੁੜੀ ਹੋਈ ਹੈ। ਉਹ ਸਾਖੀ ਹੈ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਨਾਲ ਵੀ ਉਸ ਨੂੰ ਕਈ ਸੱਜਣ ਜੋੜਦੇ ਹਨ, ਕੁਝ ਉਸ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਨਾਮ ਦੇ ਨਾਲ ਜੋੜਦੇ ਹਨ ਤੇ ਸਾਖੀ ਦਾ ਸਰੂਪ ਜਿਹੜਾ ਹੈ ਤਕਰੀਬਨ ਰਲਦਾ ਮਿਲਦਾ ਹੈ। ਉਸ ਸਾਖੀ ਦਾ ਸਰੂਪ ਇਹ ਹੈ ਕਿ ਭਾਈ ਸੱਤਾ ਜੀ, ਭਾਈ ਬਲਵੰਡ ਜੀ ਗੁਰੂ ਘਰ ਦੇ ਕੀਰਤਨੀਏ ਸਨ। ਭਾਈ ਸੱਤਾ ਜੀ ਦੀ ਬੇਟੀ ਦਾ ਆਨੰਦ ਕਾਰਜ ਵਿਵਾਹ ਸੀ। ਉਹਨਾਂ ਨੇ ਮਾਇਆ ਦੀ ਮੰਗ ਗੁਰੂ ਪਾਤਸ਼ਾਹ ਕੋਲੋਂ ਕੀਤੀ। ਹਜ਼ੂਰ ਪਿਤਾ ਨੇ ਆਖਿਆ ਵੀ ਤੁਸੀਂ
ਥੋੜਾ ਸਮਾਂ ਠਹਿਰ ਜਾਓ। ਪਰ ਅੰਦਰ ਕੋਈ ਟਿਕਾ ਨਾ ਬਣਿਆ। ਇੱਕ ਸ਼ੰਕਾ ਜੀ ਪੈਦਾ ਹੋ ਗਈ ਕਿ ਪਤਾ ਨਹੀਂ ਗੁਰੂ ਸਾਹਿਬ ਸਾਡੀ ਮਦਦ ਕਰਨਗੇ ਨਹੀਂ ਕਰਨਗੇ। ਕੁਝ ਸਾਖੀਕਾਰਾਂ ਨੇ ਐਸਾ ਵੀ ਲਿਖਿਆ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਖਿਲਾਫ ਜਿਹੜੇ ਉਸ ਵੇਲੇ ਵਿਰੋਧੀ ਕਾਰਜਸ਼ੀਲ ਸਨ, ਉਹਨਾਂ ਨੇ ਭਾਈ ਸੱਤਾ ਤੇ ਬਲਵੰਡ ਜੀ ਨੂੰ ਅੰਦਰੋਂ ਆਪਣੇ ਵੱਲ ਕਰ ਲਿਆ ਹੋਇਆ ਸੀ। ਤੇ ਇਸ ਤਰ੍ਹਾਂ ਜਿਸ ਵੇਲੇ ਇਹ ਮਾਹੌਲ ਕਸ਼ਮਕਸ਼ ਚੱਲ ਰਹੀ ਸੀ, ਗੁਰੂ ਮਹਾਰਾਜ ਨੇ ਆਖਿਆ ਵਿਸਾਖੀ ਦੇ ਇਸ ਦਿਹਾੜੇ ਦੇ ਉੱਤੇ ਸੰਗਤ ਭਰਪੂਰ ਆਉਂਦੀ ਹੈ, ਜੋ ਭੇਟਾ ਚੜ੍ਹੇਗੀ ਤੁਹਾਨੂੰ ਦੇ ਦਿੱਤੀ ਜਾਏਗੀ। ਸੰਗਤ ਘੱਟ ਆਈ, ਭੇਟਾ ਨਾ ਹੋਈ, ਤੋ ਜਿਸ ਤੋਂ ਨਾਰਾਜ਼ ਹੋ ਕੇ ਇਹਨਾਂ ਨੇ ਗੁਰੂ ਮਹਾਰਾਜ ਨੂੰ ਇੱਥੋਂ ਤੱਕ ਵੀ, ਇਹ ਬੋਲ ਮੇਰੇ ਨਹੀਂ ਸਾਖੀਕਾਰਾਂ ਦੇ ਹਨ, ਕਿ ਗੁਰੂ ਮਹਾਰਾਜ ਜੇ ਅਸੀਂ ਤੁਹਾਡੇ ਕੋਲ ਕੀਰਤਨ ਨਾ ਕਰੀਏ ਤਾਂ ਤੁਹਾਡੀ ਕੋਈ ਵੀ ਮਸ਼ਹੂਰੀ ਨਹੀਂ ਹੋ ਸਕਦੀ, ਭਾਵ ਤੁਹਾਨੂੰ ਕੌਣ ਜਾਣੇ। ਕੁੱਲ ਮਿਲਾ ਕੇ ਉਹਨਾਂ ਨੇ ਆਪਣੇ ਅੰਦਾਜ਼ ਵਿੱਚ ਇਹ ਗੱਲ ਕਹੀ ਕਿ ਅਸੀਂ ਹੀ ਹਾਂ ਜੋ ਆਪ ਜੀ ਦੀ ਬਾਣੀ ਦਾ ਕੀਰਤਨ ਕਰਕੇ ਤੁਹਾਡਾ ਪ੍ਰਚਾਰ ਕਰਦੇ ਹਾਂ। ਔਰ ਸਾਖੀਕਾਰ ਆਪਣੇ ਆਪਣੇ ਅੰਦਾਜ਼ ਵਿੱਚ ਇਸ ਨੂੰ ਵਧਾ ਘਟਾ ਕੇ ਆਪਣੇ ਆਪਣੇ ਲਹਿਜ਼ੇ ਦੇ ਵਿੱਚ ਇਸ ਨੂੰ ਵੱਧ ਘੱਟ ਕਰਦਿਆਂ ਹੋਇਆਂ ਬਿਆਨ ਕਰਦੇ ਤੇ ਇੱਥੋਂ ਤੱਕ ਚਲੇ ਜਾਂਦੇ ਨੇ ਕਿ ਇਹਨਾਂ ਨੂੰ ਗੁਰੂ ਪਾਤਸ਼ਾਹ ਨੇ ਸ਼ਰਾਬ ਤੱਕ ਵੀ ਦੇ ਦਿੱਤਾ, ਕੋੜ ਦਾ ਰੋਗ ਹੋ ਗਿਆ। ਫਿਰ ਭਾਈ ਲੱਦਾ ਜੀ ਪਰਉਪਕਾਰੀ ਦੇ ਰਾਹੀਂ ਇਹਨਾਂ ਦਾ ਭਲਾ ਹੋਇਆ ਇਤਿਆਦਿਕ। ਮੇਰਾ ਨਿੱਜ ਦਾ ਔਰ ਗੁਰਮਤਿ ਦੇ ਵਿਚਾਰਵਾਨਾਂ ਦਾ ਐਸਾ ਖਿਆਲ ਹੈ ਜੋ ਸਾਨੂੰ ਪੜ੍ਹਨ ਵਾਸਤੇ ਮਿਲਦਾ ਹੈ। ਥੋੜਾ ਸਿਦਕ ਦਿਲੀ ਦੇ ਨਾਲ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਨਾ। ਜਿਨ੍ਹਾਂ ਦੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸੁਭਾਏਮਾਨ ਹੈ, ਉਹਨਾਂ ਦੀ ਬਾਣੀ ਹੀ ਸੁਭਾਏਮਾਨ ਹੈ ਜਿਨ੍ਹਾਂ ਦਾ ਜੀਵਨ ਆਦਰਸ਼ਕ ਜੀਵਨ ਹੈ। ਗੌਰ ਕਰਨਾ, ਜਿਨ੍ਹਾਂ ਦਾ ਜੀਵਨ ਗੁਰਮਤਿ ਦੇ ਅਸੂਲਾਂ ਦੇ ਮੁਤਾਬਕ ਖਰਾ ਸੱਚ ਜੀਵਨ ਹੈ, ਉਹਨਾਂ ਦੀ ਬਾਣੀ ਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੁਭਾਏਮਾਨ ਹੋਈ ਹੈ। ਐਵੇਂ ਨਹੀਂ ਵੀ ਜਿਸ ਨੇ ਕੋਈ ਕਵਿਤਾ ਲਿਖ ਦਿੱਤੀ ਹੈ, ਜਿਸ ਨੇ ਕੋਈ ਕਾਵ ਰਚਨਾ ਕਰ ਦਿੱਤੀ ਹੈ, ਜਿਸ ਨੇ ਸੋਹਣੇ ਸ਼ਲੋਕ ਦੋਏ ਲਿਖ ਦਿੱਤੇ ਨੇ, ਉਹਦੀ ਹਰ ਇੱਕ ਰਚਨਾ ਨੂੰ ਪ੍ਰਵਾਨ ਕਰ ਲਿਆ ਗਿਆ। ਗੁਰੂ ਮਹਾਰਾਜ ਦੇ ਵਕਤ ਵੀ ਬੜੇ ਭਗਤ ਸੰਤ ਆਖੇ ਜਾਂਦੇ ਕਿਸਮ ਦੇ ਕਵੀ ਮੌਜੂਦ ਸਨ, ਪਰ ਉਹਨਾਂ ਦੀ ਕੋਈ ਵੀ ਰਚਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਨਹੀਂ ਹੋਈ, ਕਿਉਂਕਿ ਗੱਲ ਕੇਵਲ ਕਵਿਤਾ ਦੀ ਨਹੀਂ ਹੈ, ਸੁੰਦਰ ਰਚਨਾ ਰਚਨ ਦੀ ਨਹੀਂ ਹੈ, ਗੱਲ ਹੈ ਉੱਚੇ ਸੁੱਚੇ ਜੀਵਨ ਦੀ, ਸਮਾਜ ਨੂੰ ਸੇਧ ਦੇਣ ਦੀ। ਦੋ ਗੱਲਾਂ ਦਾ ਸਿੱਖ ਨੇ ਹਮੇਸ਼ਾ ਧਿਆਨ ਰੱਖਣਾ ਹੈ। ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਿੱਖ ਦੇ ਜੀਵਨ ਦਾ ਆਧਾਰ ਤੇ ਆਸਰਾ ਹੈ, ਉਥੇ ਬਾਣੀ ਉਚਾਰਨ ਕਰਨ ਵਾਲਿਆਂ ਦਾ ਜੀਵਨ ਵੀ ਸਿੱਖ ਵਾਸਤੇ ਇੱਕ ਚਾਨਣ ਮੁਨਾਰੇ ਦਾ ਕੰਮ ਕਰਦਾ ਹੈ। ਤੇ ਜੇ ਅਸੀਂ ਇੱਕ ਪਾਸੇ ਇਹ ਸੋਚੀ ਜਾਈਏ ਕਿ ਭਗਤ ਕਬੀਰ ਸਾਹਿਬ ਜੀ ਇਸ ਤਰ੍ਹਾਂ ਕਰਦੇ ਸਨ, ਯਾਨੀ ਕਿ ਉਹਨਾਂ ਦੇ ਨਾਮ ਨਾਲ ਅਸੀਂ ਇਹੋ ਜਿਹੀਆਂ ਘਟਨਾਵਾਂ ਜੋੜੀ ਰੱਖੀ। ਹੁਣ ਵੇਖੋ, ਅਸੀਂ ਜਿੰਨੇ ਵੀ ਮਹਾਂਪੁਰਖ ਨੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਉਹਨਾਂ ਨੂੰ ਉਹਨਾਂ ਦੀ ਬਾਣੀ ਦੇ ਰੂਪ ਦੇ ਨਾਲ ਉਹਨਾਂ ਦਾ ਜੀਵਨ ਸਮਝਣ ਦੀ ਬਜਾਏ ਆਪਣੀਆਂ ਸਾਖੀਆਂ ਨੂੰ ਬਾਣੀ ਦੇ ਉੱਤੇ ਹਾਵੀ ਕਰ ਦਿੱਤਾ ਹੈ। ਤੁਸੀਂ ਗੌਰ ਕਰਨਾ, ਗੁਰੂ ਨਾਨਕ ਮਹਾਰਾਜ ਨਾਲ ਐਸੀਆਂ ਗੱਲਾਂ ਜੁੜੀਆਂ ਨੇ ਜਿਨ੍ਹਾਂ ਦੀ ਤਸਦੀਕ ਉਹਨਾਂ ਦੀ ਬਾਣੀ ਤੋਂ ਨਹੀਂ ਹੁੰਦੀ। ਸ਼ੇਖ ਫਰੀਦ ਸਾਹਿਬ ਜੀ ਦੇ ਨਾਲ ਅਸੀਂ ਇਹੋ ਜਿਹੀਆਂ ਗੱਲਾਂ ਜੋੜੀਆਂ, ਹਾਲਾਂਕਿ ਉਹ ਖੁਦ ਕਹਿੰਦੇ ਨੇ ਫਰੀਦਾ ਜੰਗਲ ਜੰਗਲ ਕਿਆ ਭਵੈ ਵਣ ਕੰਡਾ ਮੋੜੇ, ਪਰ ਅਸੀਂ ਸਾਖੀ ਇਹ ਜੋੜੀਏ ਵੀ ਉਹ ਜੰਗਲ ਵਿੱਚ ਤਪ ਕਰਨ ਗਏ ਸਨ। ਤੁਸੀਂ ਦੱਸੋ ਵੀ ਉਹਨਾਂ ਦਾ ਸ਼ਲੋਕ ਸੱਚਾ ਹੈ ਕਿ ਜਿਹੜੀ ਸਾਖੀ ਅਸੀਂ ਜੋੜੀਏ ਉਹ ਸੱਚੀ ਹੈ? ਇੱਕ ਗੱਲ ਤਾਂ ਸਾਨੂੰ ਅਪਣਾਉਣੀ, ਕਨਫਿਊਜ਼ਨ ਨਹੀਂ ਚੱਲੇਗੀ, ਦੁਬਦਾ ਨਹੀਂ ਚੱਲੇਗੀ। ਇਸ ਤਰ੍ਹਾਂ ਤਾਂ ਸ਼ੰਕਾ ਖੜੀ ਹੋ ਜਾਏਗੀ ਵੀ ਸਾਨੂੰ ਕੋਈ ਹੋਰ ਮੱਤ ਦਿੱਤੀ ਹੈ, ਆਪ ਕੁਝ ਹੋਰ ਕਰਦੇ ਰਹੇ। ਇਹ ਤਾਂ ਬਹੁਤ ਵੱਡੀ ਦੁਬਦਾ ਹੈ। ਤੇ ਦੂਸਰੀ ਗੱਲ ਇਹ ਵੀ ਸਮਝਣ ਵਾਲੀ ਹੈ ਵੀ ਬਾਣੀ ਉਹਨਾਂ ਦੀ ਉਚਾਰਨ ਕੀਤੀ ਹੋਈ ਹੈ ਤੇ ਸਾਖੀਆਂ ਸਾਡੀਆਂ ਲਿਖੀਆਂ ਹੋਈਆਂ ਨੇ। ਇਸ ਪੱਖ ਨੂੰ ਸਮਝਣਾ ਵੀ ਜਿਹੜੀ ਬਾਣੀ ਹੈ ਨਾ, ਉਹ ਉਹਨਾਂ ਦੀ ਆਪਣੀ ਉਚਾਰਨ ਕੀਤੀ ਹੈ, ਸਾਖੀਆਂ ਤਾਂ ਅਸੀਂ ਲਿਖੀਆਂ ਨੇ, ਬਾਅਦ ਵਿੱਚ ਲਿਖੀਆਂ ਗਈਆਂ ਨੇ। ਤੋ ਲਿਖਣ ਵਾਲੇ ਗਲਤੀ ਕਰ ਸਕਦੇ ਹਨ, ਪਰ ਜਿਨ੍ਹਾਂ ਨੇ ਖੁਦ ਗੱਲ ਆਖੀ ਹੈ ਉਹ ਗਲਤੀ ਨਹੀਂ ਕਰ ਸਕਦੇ, ਕਿਉਂਕਿ ਉਹ ਉਹਨਾਂ ਦਾ ਆਪਣੇ ਜੀਵਨ ਦਾ ਨਿੱਜ ਦਾ ਤਜਰਬਾ ਹੈ। ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਪੀਖੈ ਆਖੀ। ਬਾਣੀ ਨੇ ਸਿੱਖ ਨੂੰ ਆਤਮਿਕ ਜੀਵਨ ਦੇਣਾ ਹੈ ਤੇ ਸਾਖੀ ਉਹ ਹੀ ਪ੍ਰਵਾਨ ਕਰਨ ਯੋਗ ਹੈ ਜਿਹੜੀ ਉਹਨਾਂ ਦੀ ਬਾਣੀ ਦੇ ਸਿਧਾਂਤ ਦੇ ਨਾਲ ਮੇਲ ਖਾਂਦੀ ਹੈ, ਦੂਸਰੀ ਨਹੀਂ। ਇਸੇ ਤਰ੍ਹਾਂ ਹੀ ਬੜੀਆਂ ਗੱਲਾਂ ਨੇ ਜੋ ਸ਼ੇਖ ਫਰੀਦ ਸਾਹਿਬ ਜੀ ਦੀ ਬਾਣੀ ਦੇ ਨਾਲ ਅਸੀਂ ਜੋੜੀਆਂ ਹੋਈਆਂ ਨੇ।
ਖਿਮਾ ਕਰਨਾ, ਮੈਂ ਤਾਂ ਕਈ ਵਾਰ ਹੈਰਾਨ ਹੁੰਨਾ। ਸ਼ੇਖ ਫਰੀਦ ਸਾਹਿਬ ਦਸਤਾਰਧਾਰੀ ਸਨ। ਫਰੀਦਾ ਮੈਂ ਭੁਲਾਵਾ ਪੱਗ ਦਾ ਮੱਤ ਮੈਲੀ ਹੋ ਜਾਏ, ਸਿਰ ਪਲਿਆ ਦਾੜੀ ਪਲੀ ਮੁੱਛਾਂ ਪੀ ਪਲੀਆਂ। ਜੋ ਉਦਾਹਰਨਾਂ ਜੋ ਦਿੱਤੀਆਂ ਜਾਂਦੀਆਂ ਨਾ, ਉਹੀ ਦਿੱਤੀਆਂ ਜਾਂਦੀਆਂ ਜਿਹੜੀਆਂ ਮਨੁੱਖ ਦੇ ਨਾਲ ਘਟਦੀਆਂ ਨੇ, ਜਿਹੜੀਆਂ ਚੀਜ਼ਾਂ ਸਾਡੇ ਆਲੇ ਦੁਆਲੇ ਜਾਂ ਸਾਡੇ ਜੀਵਨ 'ਚ ਮੌਜੂਦ ਹੁੰਦੀਆਂ ਨੇ। ਪਰ ਕਿਧਰੇ ਵੀ ਤੁਸੀਂ ਉਹਨਾਂ ਦੀ ਤਸਵੀਰ ਕੋਈ ਦਸਤਾਰ ਵਾਲੀ ਵੇਖੀ ਅਜੇ ਤੱਕ? ਵੈਸੇ ਤਾਂ ਤਸਵੀਰ ਬਣਾਉਣਾ ਹੀ ਬੜੀ ਵੱਡੀ ਭੁੱਲ ਹੈ, ਪਰ ਫਿਰ ਵੀ ਮੈਂ ਇੱਕ ਉਦਾਹਰਣ ਦੇ ਰਿਹਾ ਵੀ ਕੋਈ ਦਸਤਾਰ ਵਾਲੀ ਵੇਖੀ ਹੈ ਅਜੇ ਤੱਕ ਉਹਨਾਂ ਦੀ ਤਸਵੀਰ? ਇੰਨੇ ਭੱਦੇ ਢੰਗ ਨਾਲ ਅਸੀਂ ਉਹਨਾਂ ਨੂੰ ਪੇਸ਼ ਕਰਨ ਦਾ ਯਤਨ ਕੀਤਾ, ਉਹਨਾਂ ਦੀ ਬਾਣੀ ਸਭ ਪਿੱਛੇ ਹੀ ਰਹਿ ਗਈ। ਸਾਡੀਆਂ ਘੜੀਆਂ ਹੋਈਆਂ ਕਹਾਣੀਆਂ ਤੇ ਸਾਡੇ ਘੜੇ ਹੋਏ ਖਿਆਲ ਜਿਹੜੇ ਸਨ ਉਹ ਹਾਵੀ ਹੋ ਗਏ। ਇਸ ਵਾਸਤੇ ਅਸੀਂ ਬਾਣੀ ਨਾਲੋਂ ਟੁੱਟ ਗਏ, ਉਹ ਸਾਰੇ ਚੱਕਰਾਂ ਵਿੱਚ ਪੈ ਗਏ ਜਿਹੜੇ ਸਾਨੂੰ ਬਾਹਰੋਂ ਮਿਲੇ ਸਨ, ਬਾਣੀ ਚੋਂ ਨਹੀਂ ਸਨ ਮਿਲੇ। ਭਗਤ ਰਵਿਦਾਸ ਜੀ ਦੇ ਜੀਵਨ ਦੀ ਗੱਲ ਤੁਸੀਂ ਪੜ੍ਹ ਲਓ, ਭਗਤ ਕਬੀਰ ਸਾਹਿਬ ਜੀ ਦੇ ਜੀਵਨ ਦੀ ਗਾਥਾ ਪੜ੍ਹੋ, ਭਗਤ ਨਾਮਦੇਵ ਸਾਹਿਬ ਜੀ ਦੇ ਜੀਵਨ ਦੀਆਂ ਸਾਖੀਆਂ ਪੜ੍ਹੋ, ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਜੀ ਦਾ ਜੀਵਨ ਪੜ੍ਹੋ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜੀਵਨ ਪੜ੍ਹੋ। ਇਤਿਹਾਸ ਨੂੰ ਜਾਣਨਾ ਬਹੁਤ ਜ਼ਰੂਰੀ ਹੈ, ਪਰ ਮਨ ਘੜਤ ਸਾਖੀਆਂ ਜਿਹੜੀਆਂ ਉਹਨਾਂ ਦੀ ਬਾਣੀ ਦੇ ਸਿਧਾਂਤ ਨਾਲ ਮੇਲ ਨਹੀਂ ਖਾਂਦੀਆਂ, ਉਹਨਾਂ ਨੂੰ ਸੱਚ ਮੰਨ ਲੈਣਾ ਤੇ ਉਹਨਾਂ ਦੀ ਬਾਣੀ ਨੂੰ ਨਮਸਕਾਰ ਵੀ ਕਰੀ ਜਾਣਾ, ਖਿਮਾ ਕਰਨਾ, ਇਹ ਦੋਹਰਾ ਰਸਤਾ ਹੈ। ਉਹੀ ਗੱਲ ਸੱਚ ਹੈ ਜੋ ਉਹਨਾਂ ਦੀ ਬਾਣੀ ਦੇ ਸਿਧਾਂਤ ਨਾਲ ਮੇਲ ਖਾਂਦੀ ਹੈ, ਜੋ ਉਹਨਾਂ ਨੇ ਜੀਵੀ ਹੈ, ਜੋ ਉਹਨਾਂ ਨੇ ਆਖੀ ਹੈ। ਫਿਰ ਇਸ ਸਾਖੀ ਦੇ ਮੁਤਾਬਕ ਇਹ ਵੀ ਗੱਲ ਹੋਈ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕੋਲ ਜਿਸ ਵੇਲੇ ਭਾਈ ਲੱਧਾ ਜੀ ਪਰਉਪਕਾਰੀ ਆਉਂਦੇ ਨੇ, ਆਖਦੇ ਨੇ ਮਹਾਰਾਜ ਤੁਸੀਂ ਇਹਨਾਂ ਨੂੰ ਮੁਆਫ ਕਰ ਦਿਓ। ਹਜ਼ੂਰ ਨੇ ਆਖਿਆ ਠੀਕ ਹੈ, ਵੈਸੇ ਮੈਂ ਪੂਰੀ ਸਾਖੀ ਦਾ ਪੂਰਾ ਰੂਪ ਤੁਹਾਡੇ ਸਾਹਮਣੇ ਨਹੀਂ ਰੱਖਿਆ, ਕਿਉਂਕਿ ਸਤਿਗੁਰੂ ਮਹਾਰਾਜ ਇਹ ਕਿਸ ਤਰ੍ਹਾਂ ਬਰਦਾਸ਼ਤ ਕਰ ਸਕਦੇ ਨੇ। ਉਹਨਾਂ ਦਾ ਇੱਕ ਪਰਉਪਕਾਰੀ ਗੁਰੂ ਕਾ ਪਿਆਰਾ ਗੁਰਸਿੱਖ ਜਿਹੜਾ ਹੈ ਭਾਈ ਲੱਧਾ, ਉਸ ਬਾਬਤ ਮਹਾਰਾਜ ਕਹਿਣ ਵੀ ਜਿਹਨੇ ਵੀ ਇਹਨਾਂ ਦਾ ਗੁਨਾਹ ਬਖਸ਼ਾਉਣ ਆਉਣਾ ਹੈ ਉਹਦਾ ਮੂੰਹ ਕਾਲਾ ਕਰਕੇ ਉਹਨੂੰ ਗਧੇ ਤੇ ਚੜਾਇਆ ਜਾਏਗਾ। ਇਹ ਕਿਸੇ ਸੱਚੇ 'ਚ ਫਿੱਟ ਹੁੰਦੀ ਇਹ ਗੱਲ? ਕੀ ਕਿਸੇ ਦੀ ਫਰਮਾਇਸ਼ ਪਾਉਣੀ ਵੀ ਮਹਾਰਾਜ ਇਹ ਮਾਫੀ ਚਾਹੁੰਦੇ ਨੇ, ਮਾਫ ਕਰ ਦਿਓ, ਉਹਦੇ ਵਾਸਤੇ ਵੀ ਮੂੰਹ ਕਾਲਾ ਕਰਵਾਉਣ ਦੀ ਲੋੜ ਹੈ? ਗੁਰਮਤ ਦਾ ਸਿਧਾਂਤ ਕੀ ਹੈ? ਜਿਉਂ ਮੀਂਹ ਉੱਠੈ ਗਲੀਆਂ ਨਾਲਿਆਂ ਟੋਭਿਆਂ ਕਾ ਜਲ ਜਾਏ, ਪਵੈ ਵਿੱਚ ਸੁਰਸਰੀ, ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਏ। ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ। ਗੌਰ ਕਰਿਓ, ਗੁਰੂ ਨਿਰਵੈਰ ਹੈ, ਬਾਣੀ ਦੇ ਅੰਦਰ ਉਹਦਾ ਸੁਭਾਅ ਦੱਸਿਆ ਗਿਆ। ਫਿਰ ਗੁਰੂ ਦਾ ਭਾਈ ਲੱਧੇ ਦੇ ਨਾਲ ਕੀ ਵੈਰ ਹੈ? ਉਹਨੂੰ ਮੂੰਹ ਕਾਲਾ ਕਰਵਾਉਣਾ ਪਏਗਾ, ਉਸ ਨੂੰ ਗਧੇ ਦੇ ਉੱਤੇ ਚੜ੍ਹ ਕੇ ਆਉਣਾ ਪੈ ਰਿਹਾ। ਮਹਾਰਾਜ ਨੇ ਆਖਿਆ ਭਾਈ ਜੀ ਤੁਹਾਨੂੰ ਇਹ ਕਰਨ ਦੀ ਲੋੜ ਨਹੀਂ ਸੀ। ਭਾਈ ਜੀ ਨੇ ਆਖਿਆ ਸੱਚੇ ਪਾਤਸ਼ਾਹ ਮਹਾਰਾਜ ਤੁਹਾਡਾ ਹੁਕਮ ਸੀ, ਪੂਰਾ ਤਾਂ ਕਰਨਾ ਹੀ ਪੈਣਾ ਸੀ। ਕੀ ਕਿਸੇ ਦੇ ਗੁਨਾਹ ਬਖਸ਼ਾਉਣ ਵਾਸਤੇ ਜਾਂ ਕੋਈ ਭੁੱਲ ਖੁਦ ਬਖਸ਼ਾਉਣ ਵਾਸਤੇ, ਉਹਦੇ ਵਾਸਤੇ ਵੀ ਕਿਸੇ ਖਾਸ ਕੰਡੀਸ਼ਨ ਦੀ ਜ਼ਰੂਰਤ ਹੈ? ਬੇਪਤੀ ਕਰਵਾਉਣ ਦੀ ਜ਼ਰੂਰਤ ਹੈ? ਕੀ ਗੁਰਮਤ ਦਾ ਅਸੂਲ ਹੈ? ਨਹੀਂ। ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੈ ਮਾਰਗ ਪਾਵੈ ਦਾ ਵਿਸ਼ਵਾਸ ਗੁਰਮਤ ਦਾ ਅਟਲ ਯਕੀਨ ਹੈ। ਇੱਥੇ ਆਪਣੇ ਅੰਦਰੋਂ ਬੁਰਾਈ ਦਾ ਜਾਲਾ ਲਾ ਦੇਣਾ ਹੀ ਪਛਤਾਪ ਕਰ ਲੈਣਾ ਹੈ। ਇਹ ਨਹੀਂ ਕਿ ਮੈਂ ਬਾਹਰੋਂ ਨਮਸਕਾਰ ਕਰੀ ਜਾਵਾਂ, ਬਾਹਰੋਂ ਸਿਰ ਝੁਕਾਈ ਜਾਵਾਂ, ਅੰਦਰੋਂ ਨਾ ਛੱਡਾਂ। ਗੁਰੂ ਕਹਿੰਦੇ ਤੂੰ ਅੰਦਰੋਂ ਛੱਡਣ ਲਈ ਤਿਆਰ ਹੋ ਜਾ, ਤੇ ਜਿਸ ਦਿਨ ਤੂੰ ਆਪਣੇ ਉਸ ਪਿਛਲੇ ਗੁਨਾਹ ਨੂੰ ਛੱਡਣ ਦਾ ਵਾਅਦਾ ਕਰ ਲਿਆ, ਗੁਰੂ ਨੇ ਤੈਨੂੰ ਮੁਆਫ ਕਰ ਦਿੱਤਾ। ਗੁਰੂ ਤੇ ਏਡਾ ਨਿਰਵੈਰ ਹੈ। ਸਤਿਗੁਰ ਅੰਦਰੋਂ ਨਿਰਵੈਰ ਹੈ, ਸਭ ਦੇਖੈ ਬ੍ਰਹਮ ਇੱਕ ਸੋਏ, ਸਤਿਗੁਰ ਸਭਨਾ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਸ ਪਵਿੱਤਰ ਵਿਚਾਰ ਨੂੰ ਜਿਸ ਵੇਲੇ ਅਸੀਂ ਪੜ੍ਹਦੇ ਹਾਂ ਵੀ ਗੁਰੂ ਦਾ ਜੀਵਨ ਕੀ ਹੈ, ਗੁਰੂ ਦੇ ਗੁਣ ਕੀ ਹਨ, ਗੁਰੂ ਦੇ ਖਿਆਲ ਕੀ ਹਨ, ਤਾਂ ਮਹਾਰਾਜ ਇਹਨਾਂ ਦਾ ਰੋਗ ਕਿਵੇਂ ਹਟੇਗਾ। ਹਜ਼ੂਰ ਮਹਾਰਾਜ ਆਖਦੇ ਨੇ ਜਿਹੜੇ ਮੂੰਹ ਨਾਲ ਨਿੰਦਾ ਕੀਤੀ ਉਸੇ ਮੂੰਹ ਨਾਲ ਵਡਿਆਈ ਵੀ ਕਰਨ। ਤਾਂ ਕਰਵਾਈ ਗਈ ਹੈ ਖਿਮਾ ਕਰਨਾ। ਮੈਂ ਇਸ ਨੂੰ ਬਾਣੀ ਦਾ ਤੁਸੀਂ ਨੁਕਤਾ ਪੜ੍ਹੋ, ਉਸ ਵਿੱਚ ਕਿਹਾ ਗਿਆ ਹੈ ਹਉ ਆਪੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਇੱਕ ਗੱਲ ਹੁੰਦੀ ਹੈ ਵੀ ਮੇਰੇ ਅਨੁਭਵ ਵਿੱਚ ਆਈਏ ਤੇ ਮੈਂ ਕਹਿ ਰਿਹਾ ਹਾਂ। ਸੱਚ ਕੀ ਬਾਣੀ ਉਹਨੂੰ ਆਖੋਗੇ ਤੁਸੀਂ ਜੋ ਅਨੁਭਵ ਵਿੱਚ ਆਈਏ ਤੇ ਕਹੀ ਗਈ ਹੈ, ਜਿਹਦੇ ਵਾਸਤੇ ਕਿਸੇ ਦੀ ਫਰਮਾਇਸ਼ ਦੀ ਲੋੜ ਨਹੀਂ। ਕਿ ਕਿਸੇ ਜੋਗੀ ਨੇ ਆਖਿਆ ਮਹਾਰਾਜ ਤੁਸੀਂ ਆ ਸ਼ਬਦ ਉਚਾਰਨ ਕਰੋ ਸਾਡੇ ਬਾਰੇ? ਇਹ ਤਾਂ ਮਿਥੀ ਹੋਈ ਗੱਲ ਹੈ। ਕੀ ਕੋਈ ਆਖੇਗਾ ਗੁਰੂ ਨਾਨਕ ਮਹਾਰਾਜ ਜੀ ਤੁਸੀਂ ਉਦਾਸੀ ਬਾਰੇ ਆ ਸ਼ਬਦ ਉਚਾਰਨ ਕਰੋ, ਤੁਸੀਂ ਪੰਡਿਤ ਬਾਰੇ ਆ ਸ਼ਬਦ ਉਚਾਰਨ ਕਰੋ? ਕਹੇ ਕਿ ਅਖਵਾਇਆ ਗਿਆ ਸ਼ਬਦ, ਐਸੀ ਕੋਈ ਗੱਲ ਨਹੀਂ ਹੈ।
ਹਉ ਆਪੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਓ। ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਈ ਸੀ। ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੀਵੜ ਤੋ ਖਿਮਾ ਕਰਨਾ। ਭਾਵੇਂ ਹੁਕਮ ਗੁਰੂ ਦਾ ਹੈ, ਪਰ ਜਿਹੜੀ ਗੱਲ ਕਹਿ ਕੇ ਅਖਵਾਈ ਗਈ ਹੈ ਨਾ, ਹੋ ਸਕਦਾ ਉਹ ਧੁਰ ਅੰਦਰ ਦੇ ਵਿੱਚੋਂ ਨਾ ਨਿਕਲੇ, ਉਹ ਬਣਾ ਕੇ ਕਹਿਣੀ ਪਵੇ, ਇਹ ਵੀ ਹੋ ਸਕਦਾ। ਤੋ ਬਾਣੀ ਅਨੁਭਵ ਹੈ। ਬਾਣੀ ਉਚਰੈ ਸਾਧ ਜਨ ਅਮਿਓ ਚੱਲੈ, ਝਰਨੇ ਲੋਗ ਜਾਣੈ ਇਹ ਗੀਤ ਹੈ। ਇਹ ਤਾਂ ਬ੍ਰਹਮ ਵਿਚਾਰ। ਕਿੰਨੇ ਉੱਤਮ ਵਾਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਗੁਰੂ ਰੂਪ ਵਿੱਚ ਸਾਡੇ ਸਨਮੁਖ ਨੇ। ਤੋ ਮੈਂ ਇਸ ਦਾ ਭਾਵ ਇਹ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋ ਬਾਣੀ ਉਹਨੂੰ ਅਸੀਂ ਸਾਖੀਆਂ ਦੇ ਰਾਹੀਂ ਸਮਝੀਏ, ਨਹੀਂ। ਬਾਣੀ ਨੂੰ ਸਮਝਣ ਵਾਸਤੇ ਅਸੀਂ ਕਿਸੇ ਸਾਖੀ ਦਾ ਪ੍ਰਯੋਗ ਵਰਤੋਂ ਕਰ ਸਕਦੇ ਹਾਂ, ਪਰ ਉਸੇ ਦਾ ਹੀ ਜਿਹੜੀ ਬਾਣੀ ਦੇ ਵਿਚਾਰਧਾਰਾ ਨੂੰ ਪ੍ਰਚਾਰਦੀ ਹੈ, ਉਹਦੀ ਮੁਖਾਲਫਤ ਕਰਦੀ ਹੈ, ਉਹ ਨਹੀਂ। ਇਸ ਵਾਸਤੇ ਗੁਰੂ ਮਹਾਰਾਜ ਜੀ ਦੇ ਪ੍ਰਥਾਏ ਧਾਰਨਾ ਸਾਨੂੰ ਪੱਕੀ ਕਰ ਲੈਣੀ ਚਾਹੀਦੀ ਹੈ ਵੀ ਜੋ ਬਾਣੀ ਦੇ ਵਿੱਚ ਆਖਿਆ ਗਿਆ, ਬਾਣੀ ਉਚਾਰਨ ਕਰਨ ਵਾਲਿਆਂ ਨੇ ਉਸ ਨੂੰ ਹੂਬਹੂ ਜੀਵਿਆ ਹੈ, ਹੰਢਾਇਆ ਹੈ। ਉਹ ਸੱਚ ਪਹਿਲਾਂ ਉਹਨਾਂ ਨੇ ਜੀਵਿਆ ਤੇ ਫਿਰ ਉਹ ਸੱਚ ਸਾਡੇ ਨਾਲ ਸਾਂਝਾ ਕੀਤਾ। ਏਡਾ ਵੱਡਾ ਉਪਕਾਰ ਉਹਨਾਂ ਨੇ ਸਾਡੇ ਉੱਪਰ ਕੀਤਾ। ਇਸ ਵਾਸਤੇ ਗਰੀਬ ਨਵਾਜ਼ ਪਾਤਸ਼ਾਹ ਜੀ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸੱਤਾ ਜੀ ਬਲਵੰਡ ਜੀ ਦੀ ਇਹ ਉਚਾਰਨ ਕੀਤੀ ਹੋਈ ਵਾਰ, ਜਿਹਦੀਆਂ 8 ਪੌੜੀਆਂ ਨੇ। ਪਹਿਲੀਆਂ 3 ਪੌੜੀਆਂ ਰਾਏ ਬਲਵੰਡ ਜੀ ਦੀਆਂ ਨੇ, ਮਗਰਲੀਆਂ 5 ਪੌੜੀਆਂ ਭਾਈ ਸੱਤਾ ਜੀ ਦੀਆਂ ਉਚਾਰਨ ਕੀਤੀਆਂ ਨੇ। ਕੁੱਲ 8 ਪੌੜੀਆਂ ਨੇ। ਇਸ ਦਾ ਸਰਲੇਖ ਬੜਾ ਕੀਮਤੀ ਹੈ। ਰਾਮ ਕਲੀ ਕੀ ਵਾਰ, ਰਾਗ ਰਾਮ ਕਲੀ ਦੇ ਵਿੱਚ ਰਾਏ ਬਲਵੰਡ, ਬਲਵੰਡ ਰਾਏ ਨੇ ਤਥਾ ਅਤੇ ਸਤੈ ਡੂਮ ਆਖੀ। ਡੂਮ ਸ਼ਬਦ ਵਿਚਾਰ ਮੰਗਦਾ ਹੈ। ਡੂਮ ਦਾ ਅਰਥ ਹੁੰਦਾ ਹੈ ਮਿਰਾਸੀ। ਮਿਰਾਸੀ ਇੱਕ ਐਸਾ ਕਿੱਤਾ ਕਰਦੇ ਸਨ ਜਿਨ੍ਹਾਂ ਦਾ ਕਿੱਤਾ ਸੀ ਗਾਉਣਾ। ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਦਾ ਪਰਮ ਸੇਵਕ, ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਮਰਦਾਨਾ ਜੀ, ਜਿਨ੍ਹਾਂ ਬਾਬਤ ਵੀ ਇਤਿਹਾਸ ਵਿੱਚ ਮਿਰਾਸੀ ਡੂਮ ਸ਼ਬਦ ਲਿਖਿਆ ਸਾਨੂੰ ਮਿਲਦਾ। ਭਾਈ ਗੁਰਦਾਸ ਜੀ ਨੇ ਵੀ ਲਿਖਿਆ, ਭਲਾ ਰਬਾਬ ਵਜਾਏ ਦਾ ਮਜਲਸ ਮਰਦਾਨਾ ਮਿਰਾਸੀ। ਬੜੀ ਉੱਤਮ ਰਬਾਬ ਵਜਾਉਂਦਾ ਹੈ। ਮਜਲਸ ਦਾ ਅਰਥ ਹੁੰਦਾ ਹੈ ਸਭਾ ਦੇ ਵਿੱਚ, ਸੰਗਤ ਦੇ ਵਿੱਚ। ਭਲਾ ਰਬਾਬ ਵਜਾਏ ਦਾ ਮਜਲਸ ਮਰਦਾਨਾ ਮਿਰਾਸੀ। ਉਥੇ ਮਿਰਾਸੀ ਦਾ ਭਾਵ ਜਾਤ ਤੋਂ ਨਹੀਂ, ਮਿਰਾਸੀ ਦਾ ਭਾਵ ਹੈ ਗਵਈਏ ਤੋਂ। ਗਵਈਏ ਤੋਂ। ਇੱਕ ਸੱਜਣ ਇੱਕ ਬੜੀ ਪਿਆਰੀ ਗੱਲ ਦੱਸਦੇ ਸਨ। ਕਹਿਣ ਲੱਗੇ, ਮੈਨੂੰ ਕਿਸੇ ਨੇ ਪੁੱਛਿਆ ਤੇਰੀ ਜ਼ਾਤ ਕੀ ਹੈ? ਕਹਿਣ ਲੱਗੇ, ਮੈਂ ਉਹਨੂੰ ਆਖਿਆ ਮੈਂ ਤਾਂ ਤਰਖਾਣ ਆ। ਗੌਰ ਕਰਿਓ। ਉਹ ਦੂਸਰਾ ਸੱਜਣ ਲਾਗੋਂ ਬੋਲ ਪਿਆ, ਨਹੀਂ ਨਹੀਂ ਤੂੰ ਤੇ ਜੱਟਾਂ ਦਾ ਮੁੰਡਾ ਹੈ, ਜ਼ਿਮੀਦਾਰਾਂ ਦਾ ਪੁੱਤਰ ਹੈ ਤੂੰ। ਕਹਿਣ ਲੱਗਿਆ, ਸਾਂ ਇਸ ਵੇਲੇ ਤੇ ਲੱਕੜ ਦਾ ਹੀ ਕੰਮ ਕਰਦਾ ਨਾ। ਜਿਹੜਾ ਕੰਮ ਕਰ ਰਿਹਾ ਉਹੀ ਦੱਸਾਂਗਾ। ਤਰਖਾਣ ਦਾ ਮਤਲਬ ਹੈ ਤਰ, ਦਰਖਤ ਨੂੰ ਖਣਨ ਵਾਲਾ, ਲੱਕੜੀ ਨੂੰ ਖਣਨ ਕੇ ਕੰਮ ਕਰਨ ਵਾਲਾ। ਲੋਹਾਰ ਦਾ ਅਰਥ ਹੈ ਜਿਹੜਾ ਲੋਹੇ ਦਾ ਕਿੱਤਾ ਕਰਦਾ ਹੈ। ਸੁਨਿਆਰ ਦਾ ਅਰਥ ਹੈ ਜਿਹੜਾ ਸੋਨੇ ਦਾ ਕਿੱਤਾ ਕਰਦਾ ਹੈ। ਜ਼ਿਮੀਦਾਰ ਤਾਂ ਜਿਹੜਾ ਜ਼ਮੀਨ ਦੇ ਵਿੱਚ ਵਾਹੀ ਖੇਤੀ ਕਰਦਾ ਹੈ, ਉਹਦੇ ਚੋਂ ਫਸਲ ਪੈਦਾ ਕਰਦਾ ਹੈ, ਖੇਤੀ। ਮਜ਼ਦੂਰ ਦਾ ਅਰਥ ਹੈ ਜਿਹੜਾ ਮਜ਼ਦੂਰੀ ਕਰਦਾ ਹੈ। ਯਾਨੀ ਕਿ ਜਿੰਨੇ ਵੀ ਨਾਮ ਪਏ ਨੇ ਨਾ, ਇਹ ਕਿਸੇ ਜਨਮ ਸਿੱਧ ਨਾਮ ਨਹੀਂ, ਇਹ ਕਿੱਤਿਆਂ ਦੇ ਨਾਮ ਸਨ। ਪੱਕ ਗਏ, ਉਹਦੇ ਤੋਂ ਬਰਾਦਰੀਆਂ ਬਣਨੀਆਂ ਸ਼ੁਰੂ ਹੋ ਗਈਆਂ। ਲੋਕਾਂ ਨੇ ਕੰਮ ਉੱਚੇ ਨੀਵੇਂ ਬਣਾ ਲਏ। ਹੌਲੀ ਹੌਲੀ ਸਮਾਜਿਕ ਵੰਡ ਬਣਦੀ ਗਈ। ਗੁਰਮਤਿ ਨੇ ਜ਼ਾਤ ਪ੍ਰਥਾ ਦੀਆਂ ਵੰਡੀਆਂ ਨੂੰ ਤੋੜ ਦਿੱਤਾ। ਔਰ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਮਰਦਾਨਾ ਜੀ ਨੂੰ ਭਾਈ ਕਹਿ ਕੇ ਸੱਦਿਆ। ਭਾਈ ਆਪਣਤ ਭਰਿਆ ਸ਼ਬਦ ਹੈ। ਸਾਰੀ ਉਮਰ ਉਸਨੇ ਗੁਰੂ ਮਹਾਰਾਜ ਜੀ ਦੇ ਸਫ਼ਰਾਂ ਦੇ ਨਾਲ ਸਾਥ ਨਿਭਾਇਆ, ਸਾਰਾ ਜੀਵਨ ਗਾਇਆ ਹੈ ਔਰ ਗੁਰੂ ਦੀ ਸੇਵਾ ਕੀਤੀ ਹੈ, ਪ੍ਰਚਾਰ ਕੀਤਾ ਹੈ। ਥਾਂ ਪੁਰ ਥਾਂ ਜਾ ਕੇ ਗੁਰੂ ਨਾਨਕ ਮਹਾਰਾਜ ਦੇ ਨਾਲ ਕੋਈ ਵੈਸੇ ਖਿਮਾ ਕਰਨਾ, ਅਸੀਂ ਭਾਈ ਮਰਦਾਨਾ ਜੀ ਦੇ ਜੀਵਨ ਨਾਲ ਵੀ ਐਸੀਆਂ ਸਾਖੀਆਂ ਵੀ ਉਹਨੂੰ ਭੁੱਖ ਲੱਗੀ, ਉਹ ਦੌੜ ਗਿਆ। ਉਹਨੇ ਕਈ ਵਾਰ ਆਖਿਆ, ਮਹਾਰਾਜ ਮੈਂ ਤਾਂ ਚੱਲਿਆ। ਗੁਰੂ ਪਾਤਸ਼ਾਹ ਨੇ ਉਹਦੇ ਨਾਲ ਕੋਈ ਧੋਖਾ ਨਹੀਂ ਸੀ ਕੀਤਾ। ਪਹਿਲਾਂ ਹੀ ਗੱਲ ਸਪਸ਼ਟ ਕਰ ਲਈ ਸੀ, ਮਰਦਾਨਾ ਜੀ ਆ ਆਪਣੇ ਸਫ਼ਰ ਨੇ। ਸਿੱਖ ਬਣ ਗਿਆ ਸੀ ਭਾਈ ਮਰਦਾਨਾ। ਕੋਈ ਉਲਝਣ ਨਹੀਂ ਸੀ ਰਹਿ ਗਈ ਜੀਵਨ ਦੇ ਅੰਦਰ। ਉਹਨੇ ਆਪ ਕਮਿਟਮੈਂਟ ਕੀਤੀ ਸੀ, ਪ੍ਰਣ ਕੀਤਾ ਸੀ, ਮਹਾਰਾਜ ਜਿਸ ਰਾਹ ਤੇ ਤੁਰੋਗੇ ਤੁਹਾਡੀ ਪੈੜ 'ਚ ਪੈੜ ਪਾ ਕੇ ਤੁਰਾਂਗਾ। ਕੋਈ ਡਾਮਾਡੋਲ ਦੀ ਅਵਸਥਾ ਨਹੀਂ ਸੀ ਭਾਈ ਮਰਦਾਨਾ ਜੀ ਦੇ ਜੀਵਨ ਵਿੱਚ। ਬੜਾ ਉੱਚਾ ਤੇ ਆਦਰਸ਼ਕ ਜੀਵਨ ਸੀ ਉਹਨਾਂ ਦਾ, ਪਰ ਅਸੀਂ ਅੱਜ ਤੱਕ
ਉਹ ਬਾਲੇ ਵਾਲੀ ਜਨਮ ਸਾਖੀ ਚੋਂ ਪੜ੍ਹਿਆ ਹੀ ਇਹ ਕੁਝ ਹੈ। ਖਿਮਾ ਕਰਨਾ, ਤੁਸੀਂ ਅੰਦਾਜ਼ਾ ਲਾ ਕੇ ਵੇਖੋ ਕੀ ਅਸੀਂ ਉਹਨਾਂ ਦਾ ਸਤਿਕਾਰ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ ਭਗਤ ਲੋਚਨ ਜੀ ਦਾ, ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ ਦੁਕ੍ਰਿਤ ਸੁਕ੍ਰਿਤ ਥਾਰੂ ਕਰਮਰੀ ਸ਼ੰਕਰਾ ਮਸਤਕ ਬਸਤਾ ਸੁਰਸਰੀ ਇਸ਼ਨਾਨ ਦੇ ਕੁਲ ਜਨ ਮੱਧੇ ਮਿਲਿਓ ਸਾਰਨ ਪਾਂਦਰੇ ਕਰਮ ਕਰ ਕਲੰਕ ਮੁਫੀਟ ਸਰੀ। ਤੇ ਇੱਕ ਨਾਮਦੇਵ ਸਾਹਿਬ ਜੀ ਦੀ ਪੰਕਤੀ ਆਉਂਦੀ, ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ ਹਿੰਦੂ ਪੂਜੈ ਦੇਹੁਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜਾਂ ਦੇਹੁਰਾ ਨਾ ਮਸੀਤ। ਦੋਵਾਂ ਸ਼ਬਦਾਂ ਦਾ ਉਹ ਇਸ ਪੰਕਤੀ ਦਾ ਨਾਮਦੇਵ ਸਾਹਿਬ ਜੀ ਦੀ ਦਾ ਤੇ ਉਸ ਭਗਤ ਲੋਚਨ ਜੀ ਦੇ ਸ਼ਬਦ ਦਾ ਭਾਵ ਇੱਕ ਜਗ੍ਹਾ ਤੇ ਜਾ ਕੇ ਬੜਾ ਰਲਦਾ ਹੈ। ਉਹਦਾ ਭਾਵ ਪਤਾ ਕੀ ਹੈ ਵੀ ਜਿਨ੍ਹਾਂ ਨੂੰ ਆਦਰਸ਼ ਮੰਨਦਾ ਹੈ ਉਹਨਾਂ ਦੀ ਨਿੰਦਾ ਵੀ ਨਾਲ ਨਾਲ ਕਰੀ ਜਾਣਾ। ਕਿਹੋ ਜਿਹਾ ਭਰੋਸਾ ਹੈ ਤੇਰਾ, ਕਿਹੋ ਜਿਹਾ ਵਿਸ਼ਵਾਸ ਹੈ ਤੇਰਾ। ਜਿਨ੍ਹਾਂ ਨੂੰ ਤੂੰ ਆਦਰਸ਼ਕ ਮੰਨਦਾ, ਜਿਨ੍ਹਾਂ ਦੀ ਪੂਜਾ ਕਰ ਰਿਹਾ ਤੂੰ, ਉਹਨਾਂ ਦੇ ਨਾਮ ਦੇ ਨਾਲ ਤੂੰ ਘਟੀਆ ਗੱਲਾਂ ਵੀ ਜੋੜਦਾ ਹੈ। ਇਹ ਤੇਰੇ 'ਚ ਕੋਈ ਵਿਸ਼ਵਾਸ ਵਾਲੀ ਗੱਲ ਹੈ, ਇੱਕ ਭਰੋਸੇ ਵਾਲੀ ਯਕੀਨ ਵਾਲੀ ਗੱਲ ਹੈ ਤੇਰੇ ਅੰਦਰ। ਪਤਾ ਕਿਉਂ ਅੰਨਾ ਆਖਿਆ? ਕੋਈ ਗਾਲ ਨਹੀਂ ਕੱਢੀ, ਉਹਦਾ ਜੀਵਨ ਵਿਹਾਰ। ਇੱਕ ਤਾਂ ਇਹ ਵੀ ਤੂੰ ਰੱਬ ਨੂੰ ਇੱਕੇ ਜਗ੍ਹਾ ਹੀ ਮੰਨ ਕੇ ਬਹਿ ਗਿਆ, ਤੇ ਦੂਸਰੀ ਅੱਖ ਇਹ ਵੀ ਜਿਨ੍ਹਾਂ ਨੂੰ ਤੂੰ ਆਦਰਸ਼ਕ ਮੰਨਦਾ ਉਹਨਾਂ ਦੇ ਜੀਵਨ ਨਾਲ ਤੂੰ ਜੋੜਿਆ ਕੀ ਅੱਜ ਤੱਕ। ਇਹੋ ਜਿਹੀਆਂ ਕਹਾਣੀਆਂ, ਇਹੋ ਜਿਹੀਆਂ ਗੱਲਾਂ ਜਿਹੜੀਆਂ ਆਮ ਸਧਾਰਨ ਮਨੁੱਖ ਵੀ ਆਪਣੇ ਜੀਵਨ ਦੇ ਨਾਲ ਜੋੜਨੀਆਂ ਪ੍ਰਵਾਨ ਨਾ ਕਰੇ, ਤੂੰ ਆਪਣੇ ਉਹਨਾਂ ਪੁਰਖਾਂ ਦੇ ਨਾਲ ਜੋੜ ਦਿੱਤੀਆਂ ਜਿਨ੍ਹਾਂ ਨੂੰ ਤੂੰ ਪੂਜਣ ਯੋਗ ਸਮਝਦਾ ਹੈ। ਇਸ ਵਾਸਤੇ ਤੇਰੀ ਤਾਂ ਨਾ ਸ਼ਰਧਾ ਦੀ ਅੱਖ ਹੈ, ਨਾ ਯਕੀਨ ਦੀ ਅੱਖ ਹੈ, ਨਾ ਗਿਆਨ ਦੀ ਅੱਖ ਹੈ। ਤੂੰ ਤਾਂ ਬਿਲਕੁਲ ਹੀ ਅੰਨਾ ਹੈ। ਸ਼ਰਧਾ ਤੇ ਗਿਆਨ ਦੇ ਦੋਵੇਂ ਨੇਤਰੀ ਤੇਰੇ ਗਵਾਚੇ ਹੋਏ ਨੇ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਇਹਨਾਂ ਗੱਲਾਂ ਤੋਂ ਬਹੁਤ ਪਹਿਲਾਂ ਸੁਚੇਤ ਕੀਤਾ ਹੈ, ਬਹੁਤ ਪਹਿਲਾਂ। ਔਰ ਇਹ ਸਭ ਘਾੜਤਾਂ ਗਿਆਨਤਾ ਦੇ ਵਾਸਤੇ। ਵੈਸੇ ਮੇਰਾ ਇਹ ਆਪਣਾ ਨਿੱਜੀ ਖਿਆਲ ਹੈ ਵੀ ਜਦੋਂ ਵੀ ਪੂਰੇ ਦੀ ਗੱਲ ਅਧੂਰਾ ਲਿਖਦਾ ਹੈ ਤਾਂ ਉਹ ਗਲਤੀ ਜ਼ਰੂਰ ਕਰਦਾ ਹੈ। ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛੁਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਹੋਏ। ਭੁੱਲ ਹੋਏਗੀ ਹੋਏਗੀ। ਇਸ ਕਰਕੇ ਸਾਨੂੰ ਕਿਸੇ ਵੀ ਕਵੀ ਦਾ, ਕਿਸੇ ਵੀ ਇਤਿਹਾਸਕਾਰ ਦਾ, ਕਿਸੇ ਵੀ ਬਿਆਨ ਕਰਨ ਵਾਲੇ ਦਾ ਹਰ ਇੱਕ ਲਫ਼ਜ਼ ਪੂਰਨ ਸੱਚ ਨਹੀਂ ਸਮਝ ਲੈਣਾ ਚਾਹੀਦਾ। ਜਿਨ੍ਹਾਂ ਦਾ ਜੀਵਨ ਪੂਰਨ ਸੱਚ ਭਰਿਆ ਹੋਇਆ ਹੈ ਉਹਨਾਂ ਬਾਰੇ ਬਿਆਨ ਕਰਦਿਆਂ ਅਸੀਂ ਛੋਟੇ ਜੀਵ ਕਈ ਤਰ੍ਹਾਂ ਦੀਆਂ ਭੁੱਲਾਂ ਕਰ ਜਾਂਦੇ, ਕਿਉਂਕਿ ਸਾਡਾ ਆਪਣਾ ਇੱਕ ਪੱਧਰ ਹੁੰਦਾ ਹੈ, ਸਾਡਾ ਆਪਣਾ ਇੱਕ ਲੈਵਲ ਹੁੰਦਾ ਹੈ, ਸਾਡੇ ਤੋਂ ਭੁੱਲ ਹੋ ਜਾਂਦੀ ਹੈ। ਕਿਉਂਕਿ ਜਿਸ ਜੀਵਨ ਤੇ ਉਹ ਖੜੇ ਨੇ ਉਸ ਨੂੰ ਬਿਆਨ ਦਾ ਜ਼ਿੰਮਾ ਜੋ ਅਸੀਂ ਲੈਂਦੇ ਹਾਂ, ਅਸੀਂ ਤਾਂ ਜਿੰਨੇ ਕੁ ਸਾਡੇ ਕੋਲ ਸ਼ਬਦ ਨੇ, ਜਿੱਡੀ ਕੁ ਸਾਡੇ ਮਨ ਦੀ ਅਵਸਥਾ ਹੈ, ਜਿੰਨਾ ਕੁ ਸਾਡੀ ਸੁਰਤ ਦਾ ਪੱਧਰ ਹੈ, ਜਿਸ ਤਰ੍ਹਾਂ ਦਾ ਅਸੀਂ ਜੀਵਨ ਜੀ ਰਹੇ ਹਾਂ, ਜਿਨ੍ਹਾਂ ਖਿਆਲਾਂ ਨੂੰ ਅਸੀਂ ਸੱਚ ਮੰਨਦੇ ਹਾਂ ਉਹਦੇ ਮੁਤਾਬਕ। ਪਰ ਹਾਂ, ਇੱਕ ਗੱਲ ਦਾ ਵਿਸ਼ਵਾਸ ਅਸੀਂ ਜ਼ਰੂਰ ਰੱਖ ਲੈਣਾ ਹੈ ਵੀ ਜਿਨ੍ਹਾਂ ਦੇ ਮਾਰਗ ਉੱਤੇ ਅਸੀਂ ਚੱਲ ਰਹੇ ਹਾਂ ਉਹ ਪੂਰਨ ਸੱਚ ਭਰੇ ਹਨ। ਇਸ ਵਾਸਤੇ ਉਹਨਾਂ ਦੇ ਉੱਤੇ ਪੂਰਨ ਯਕੀਨ ਰੱਖਦਿਆਂ ਉਹਨਾਂ ਦੀ ਪਵਿੱਤਰ ਬਾਣੀ ਨੂੰ ਜੀਵਿਆ ਜਾ ਸਕਦਾ। ਇੱਕ ਸੱਜਣ ਨੇ ਇੱਕ ਟੋਟਕਾ ਸੁਣਾਇਆ ਸੀ, ਕਹਿੰਦੇ ਵੀ ਉਹਨਾਂ ਨੂੰ ਨਾ ਮੰਨੋ, ਉਹਨਾਂ ਦੀ ਬਾਣੀ ਨੂੰ ਮੰਨੋ। ਮੈਂ ਉਹਨਾਂ ਦੇ ਇਸ ਖਿਆਲ ਨਾਲ ਸਹਿਮਤ ਨਹੀਂ ਹੋਇਆ। ਇਸ ਕਰਕੇ ਮੈਂ ਕਿਹਾ ਇਹ ਕਿਵੇਂ ਹੋ ਸਕਦੀ ਇਹ ਗੱਲ, ਜਦੋਂ ਮੈਨੂੰ ਤੁਹਾਡੇ ਤੇ ਵਿਸ਼ਵਾਸ ਹੀ ਨਹੀਂ ਤੇ ਤੁਹਾਡੀ ਕੋਈ ਗੱਲ ਮੈਂ ਕਿਉਂ ਮੰਨਾਂਗਾ। ਜੇ ਮੈਂ ਗੁਰੂ ਨਾਨਕ ਮਹਾਰਾਜ ਨੂੰ ਕੁਝ ਜਾਣਾ ਹੀ ਨਾ ਤੇ ਉਹਨਾਂ ਦੀ ਗੱਲ ਦਾ ਮੇਰੇ ਉੱਤੇ ਕਿੰਨਾ ਕੁ ਅਸਰ ਹੋਏਗਾ। ਮਨੁੱਖ ਅਸਰ ਵੀ ਉਸੇ ਦੀ ਗੱਲ ਦਾ ਕਬੂਲ ਕਰਦਾ ਹੈ ਜਿਸ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੁੰਦਾ ਹੈ। ਜਿਸ ਦੀ ਸ਼ਖਸੀਅਤ ਤੋਂ ਮਨੁੱਖ ਪ੍ਰਭਾਵਿਤ ਨਹੀਂ, ਉਹਦੀ ਗੱਲ ਤੋਂ, ਉਹਦੇ ਉਪਦੇਸ਼ ਤੋਂ ਵੀ ਮਨੁੱਖ ਪ੍ਰਭਾਵਿਤ ਨਹੀਂ ਹੋ ਸਕਦਾ। ਫਰਕ ਹੁੰਦਾ ਹੈ। ਕਈ ਵਾਰ ਮਨੁੱਖ ਆਪਣੇ ਪਰਿਵਾਰ ਦੀ ਕਹੀ ਹੋਈ ਸਲਾਹ ਨੂੰ ਨਹੀਂ ਮੰਨਦਾ, ਪਰ ਜਿਸ ਨਾਲ ਕੋਈ ਖੂਨ ਦਾ ਰਿਸ਼ਤਾ ਨਹੀਂ ਉਹਦੀ ਕਹੀ ਹੋਈ ਗੱਲ ਉਹ ਇੱਕ ਵਾਰ ਹੀ ਕਹਿ ਦੇਵੇ ਨਾ, ਬੰਦਾ ਮੰਨ ਲੈਂਦਾ। ਕਿਉਂ? ਕਿਉਂਕਿ ਮਨੁੱਖ ਉਸ ਦੇ ਜੀਵਨ ਤੋਂ ਕਾਇਲ ਹੈ, ਪ੍ਰਭਾਵਿਤ ਹੈ, ਉਸ ਦੇ ਕਿਰਦਾਰ ਤੋਂ, ਉਸ ਦੀ ਸ਼ਖਸੀਅਤ ਤੋਂ, ਉਸ ਦੀ ਪਰਸਨੈਲਿਟੀ ਤੋਂ। ਤੋ ਜੇ ਸਿੱਖ ਗੁਰੂ ਨਾਨਕ ਮਹਾਰਾਜ ਨੂੰ ਆਪਣਾ ਆਦਰਸ਼ ਮੰਨਦਾ ਹੈ ਤੇ ਉਹਨਾਂ ਦੀ ਹਰ ਗੱਲ ਨੂੰ ਪੂਰਨ ਸੱਚ ਮੰਨੇਗਾ। ਤੇ ਜੇ ਸਾਨੂੰ ਡਾਊਟ ਹੈ ਗੁਰੂ ਦੇ ਜੀਵਨ ਦੇ ਉੱਤੇ, ਖਿਮਾ ਕਰਨਾ, ਫਿਰ ਉਹਨਾਂ ਦੀ ਬਾਣੀ ਨੂੰ ਕਮਾਉਣਾ ਬਹੁਤ ਔਖਾ ਕੰਮ ਹੈ। ਕਿਉਂਕਿ ਜਿਹੜਾ ਕਹਿ ਰਹੇ ਉਹਦੇ ਤੇ ਹੀ ਡਾਊਟਫੁਲ ਹਾਂ ਅਸੀਂ, ਸ਼ੰਕਾ ਗ੍ਰਸਤ ਹਾਂ ਅਸੀਂ, ਤਾਂ ਉਹਨਾਂ ਦੇ ਕਹੇ ਹੋਏ ਉਪਦੇਸ਼ ਨੂੰ ਕਿਵੇਂ ਮੰਨਾਂਗੇ। ਤਾਂ ਦੋਵੇਂ ਗੱਲਾਂ ਨਾਲ ਨਾਲ ਚੱਲਣਗੀਆਂ। ਉਹਨਾਂ ਨੂੰ ਵੀ ਮੰਨਣਾ ਹੈ ਜਿਨ੍ਹਾਂ ਨੇ ਕਿਹਾ ਹੈ, ਤੇ ਜੋ ਉਹਨਾਂ ਨੇ ਆਖਿਆ ਹੈ ਉਸ ਨੂੰ ਵੀ ਮੰਨਣਾ ਹੈ। ਉਹਨਾਂ ਪ੍ਰਤੀ ਵੀ ਵਿਸ਼ਵਾਸ ਤੇ ਸ਼ਰਧਾ ਮਨ ਵਿੱਚ ਹੋਏ। ਉਹਨਾਂ ਦੇ ਕਥਨ ਜੋ ਕਹੇ ਗਏ ਉਪਦੇਸ਼ ਨੇ, ਬਾਣੀ ਹੈ, ਮਤ ਹੈ,
ਉਹਦੇ ਵਿੱਚ ਵੀ ਪੂਰਨ ਯਕੀਨ ਤੇ ਵਿਸ਼ਵਾਸ ਹੋਏ ਤਾਂ ਗੱਲ ਬਣੇਗੀ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦਿਆਂ ਕਹਿੰਦੇ ਨੇ, ਡੂਮ ਦਾ ਅਰਥ ਹੁੰਦਾ ਹੈ ਗਵਈਆ, ਗਾਉਣ ਵਾਲਾ, ਉਚਾਰਨ ਕਰਨ ਵਾਲਾ, ਜਿਸ ਨੇ ਗਾਇਆ ਹੈ। ਤੋ ਇਹ ਦੋਵੇਂ ਗਵਈਏ ਸਨ, ਇਸ ਵਾਸਤੇ ਇਹਨਾਂ ਦੇ ਪ੍ਰਤੀ ਇਹ ਸ਼ਬਦ ਜਿਹੜਾ ਹੈ ਗਵਈਏ ਦੇ ਅਰਥਾਂ ਦੇ ਵਿੱਚ ਇਹ ਸ਼ਬਦ ਆਇਆ। ਆਖੀ, ਆਖੀ ਦਾ ਭਾਵ ਹੈ ਉਚਾਰਨ ਕੀਤੀ, ਲਿਖੀ ਨਹੀਂ। ਹੈਰਾਨੀ ਦੀ ਗੱਲ ਹੈ ਕਿ ਸਾਰੀਆਂ ਵਾਰਾਂ ਦੇ ਵਿੱਚ ਨਾ ਬਾਬਾ ਸੁੰਦਰ ਜੀ ਦਾ ਤੁਸੀਂ ਜਿਸ ਵੇਲੇ ਪੜ੍ਹਦੇ ਹੋ ਰਾਮਕਲੀ ਰਾਗ ਦੇ ਵਿੱਚ 7 ਬਾਣੀ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ, ਪਰ ਕਿਉਂਕਿ ਲਿਖੀ ਉਸ ਨੂੰ, ਸੰਪਾਦਨ ਉਸ ਨੂੰ ਬਾਬਾ ਸੁੰਦਰ ਜੀ ਨੇ ਕੀਤਾ। ਪੜਪੋਤੇ ਸਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ। ਇਸ ਵਾਸਤੇ ਬਾਰ-ਬਾਰ ਕਹਿੰਦੇ ਨੇ ਸਤਿਗੁਰ ਪੁਰਖ ਜੇ ਬੋਲਿਆ, ਇਸ਼ਾਰਾ ਕਰਦੇ ਨੇ ਵੀ ਗੁਰੂ ਨੇ ਇਸ ਤਰ੍ਹਾਂ ਆਖਿਆ, ਗੁਰੂ ਨੇ ਇਸ ਤਰ੍ਹਾਂ ਆਖਿਆ, ਗੁਰੂ ਨੇ ਇਸ ਤਰ੍ਹਾਂ ਕਿਹਾ। ਤਾਂ ਇਸੇ ਤਰ੍ਹਾਂ ਇਸ ਜਗ੍ਹਾ ਦੇ ਉੱਤੇ ਜਿਹੜਾ ਸਰਲੇਖ ਹੈ, ਇਹਦੇ ਚ ਸ਼ਬਦ ਇਹ ਨਹੀਂ ਕਿਹਾ ਗਿਆ ਵੀ ਲਿਖੀ, ਇਹਦੇ ਚ ਕਿਹਾ ਗਿਆ ਆਖੀ, ਸਤੈ ਡੂਮ ਆਖੀ, ਵੀ ਉਹਨਾਂ ਨੇ ਉਚਾਰਨ ਕੀਤੀ ਹੈ। ਇਸ ਤੋਂ ਵਿਦਵਾਨਾਂ ਨੇ ਇਹ ਭਾਵ ਕੱਢਿਆ ਵੀ ਉਹਨਾਂ ਦੀ ਉਚਾਰਨ ਕੀਤੀ ਹੋਈ ਹੈ। ਇਸ ਨੂੰ ਕਾਵ ਰੂਪ ਦੇ ਵਿੱਚ ਜਿਹੜਾ ਬਾਅਦ ਚ ਲਿਖਤੀ ਰੂਪ ਵਿੱਚ ਮਗਰੋਂ ਲਿਆਂਦਾ ਗਿਆ। ਇਸ ਵਾਸਤੇ ਸਤਿਗੁਰੂ ਜੀ ਮੰਗਲਾਚਰਨ ਦੇ ਨਾਲ ਆਰੰਭ ਕਰਦੇ ਹਨ, ਇੱਕ ਓੰਕਾਰ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਸਾਰੀ ਕੁਦਰਤ ਵਿੱਚ ਵਸਿਆ ਹੋਇਆ ਹੈ, ਇੱਕ ਰਸ, ਸਤ ਗੁਰ ਪ੍ਰਸਾਦ, ਉਹ ਸਦੀਵ ਕਾਲ ਕਾਇਮ ਰਹਿਣ ਵਾਲਾ ਹੈ। ਸੱਚੇ ਗੁਰੂ ਦੀ ਕਿਰਪਾ ਬਖਸ਼ਿਸ਼ ਦੇ ਨਾਲ ਉਸ ਵਾਹਿਗੁਰੂ ਅਕਾਲ ਪੁਰਖ ਦੀ ਸੋਝੀ ਹੁੰਦੀ ਹੈ। ਨਾਉ ਕਰਤਾ ਕਾਦਰ ਕਰੇ, ਕਿਉਂ ਬੋਲ ਹੋਵੇ ਜੋ ਖੀਮਦ ਹੈ। ਤੁਸੀਂ ਮਹਿਸੂਸ ਕਰੋਗੇ ਇਸ ਵਾਰ ਦੇ ਵਿੱਚ ਨਾ ਬੜੇ ਹੀ ਠੇਠ ਲਫ਼ਜ਼ ਜਿਹੜੇ ਆਮ ਅੱਜ ਕੱਲ੍ਹ ਘੱਟ ਵਰਤੋਂ ਵਿੱਚ ਲਿਆਂਦੇ ਜਾਂਦੇ ਨੇ। ਅਸੀਂ ਸ਼ਬਦ ਅੱਜ ਕੱਲ੍ਹ ਵਰਤਣ ਲੱਗ ਗਏ ਹਾਂ ਕਿਉਂਕਿ ਕਲਚਰ ਦਾ, ਭਾਸ਼ਾ ਦਾ ਫਰਕ ਪੈ ਗਿਆ। ਵੇਟ ਕਰਨਾ, ਤੋਲਣਾ, ਤੋਲਿਆ ਸ਼ਬਦ ਵਰਤਿਆ ਜਾਂਦਾ ਪੰਜਾਬੀ ਚ ਆਮ। ਜੋਖਣਾ ਸ਼ਬਦ ਬਹੁਤ ਘੱਟ ਵਰਤਿਆ ਜਾਂਦਾ। ਪੁਰਾਣੇ ਸਮੇਂ ਚ ਜੋਖਣਾ ਸ਼ਬਦ ਵਰਤਿਆ ਜਾਂਦਾ ਸੀ। ਇਹ ਚੀਜ਼ ਨੂੰ ਜੋ ਆਪਾਂ ਕਹਿੰਦੇ ਇਹ ਚੀਜ਼ ਨੂੰ ਤੋਲ ਲਓ, ਉਹ ਕਹਿੰਦੇ ਸਨ ਜੋਖ ਲਓ ਇਸ ਚੀਜ਼ ਨੂੰ, ਉਹ ਸ਼ਬਦ ਵਰਤਿਆ ਹੈ। ਜੋਖੀਮਦ ਹੈ, ਕਿਵੇਂ ਜੋਖਿਆ ਜਾ ਸਕਦਾ ਹੈ, ਕਿਵੇਂ ਤੋਲਿਆ ਜਾ ਸਕਦਾ ਹੈ, ਕਿਸ ਚੀਜ਼ ਨੂੰ? ਕਹਿੰਦੇ ਨਾਉ ਕਰਤਾ ਕਾਦਰ ਕਰੇ। ਨਾਉ ਦਾ ਅਰਥ ਹੈ ਨਾਮਣਾ, ਵਡਿਆਈ, ਪ੍ਰਭਤਾ, ਸਤਕਾਰ, ਆਦਰ। ਕਰਤਾ ਪੈਦਾ ਕਰਨ ਵਾਲਾ, ਕਾਦਰ ਅਕਾਲ ਪੁਰਖ ਜਿਸ ਦਾ ਨਾਮ ਪੈਦਾ ਕਰਦਾ ਹੈ, ਜਿਹਨੂੰ ਵਡਿਆਈ ਦਿੰਦਾ ਸੱਚੇ ਨਾਮ ਦੀ, ਜਿਸ ਨੂੰ ਉਤਮ ਗੁਣ ਆਪਣੇ ਨਾਮ ਦੀਆਂ ਦਾਤਾਂ ਨਾਲ ਸ਼ਰਸ਼ਾਰ ਕਰਦਾ ਹੈ, ਭਰਪੂਰ ਕਰਦਾ ਹੈ। ਕਿਉਂ ਬੋਲ ਹੋਵੇ ਜੋ ਕੀਮਤ ਹੈ। ਉਹਦੀ ਉੱਚੇ ਜੀਵਨ ਨੂੰ ਤੋਲਣ ਲਈ, ਮਾਪਣ ਲਈ ਸਾਡੇ ਕੋਲ ਕੀ ਬੋਲ ਹੋ ਸਕਦੇ ਹਨ, ਜਿਹਦੇ ਬਾਰੇ ਬਾਣੀ ਚ ਕਿਹਾ ਨਾ, ਜਿਸ ਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ। ਜਿਸ ਨੂੰ ਵੱਡਾ ਸਾਹਿਬ ਆਪ ਵੱਡਿਆਂ ਕਰਦਾ, ਉੱਚਾ ਜੀਵਨ ਬਖਸ਼ਿਸ਼ ਕਰਦਾ, ਤੇ ਆਮ ਵਡਿਆਈ ਦੀ ਗੱਲ ਨਹੀਂ ਹੋ ਰਹੀ, ਉੱਚੇ ਜੀਵਨ ਦੀ, ਸ਼ੁਭ ਗੁਣਾਂ ਦੀ, ਉੱਚੀ ਆਤਮਿਕ ਅਵਸਥਾ ਦੀ ਗੱਲ ਹੈ। ਜਿਸ ਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ। ਤੇ ਇਹ ਵੀ ਬਾਣੀ ਦੇ ਵਿੱਚ ਆਖਿਆ ਹੈ। ਇਹ ਅਕਾਲ ਪੁਰਖ ਵਾਹਿਗੁਰੂ ਜਿਸ ਨੂੰ ਵਡਿਆਈ ਬਖਸ਼ਿਸ਼ ਕਰਦਾ ਹੈ, ਜਿਨ ਕਉ ਆਪ ਦੇ ਵਡਿਆਈ, ਜਗਤ ਭੀ ਆਣ ਤਿਨ ਕਉ ਪੈਰੀ ਪਾਏ। ਜਿਸ ਨੂੰ ਆਪ ਇਹ ਵਡਿਆਈ ਬਖਸ਼ਿਸ਼ ਕਰਦਾ ਹੈ, ਜਿਵੇਂ ਭਗਤ ਰਵਿਦਾਸ ਜੀ ਨੇ ਆਖਿਆ, ਕਹਿਣ ਲੱਗੇ ਵੀ ਮੈਨੂੰ ਤਾਂ ਸਦੀਆਂ ਤੋਂ ਲੋਕ ਸਾਡੀ ਜੋ ਕਿਰਤ ਹੈ ਉਹਦੇ ਹਿਸਾਬ ਨਾਲ ਤਾਂ ਸਾਨੂੰ ਉੱਚੀਆਂ ਕੁਲੀਨ ਜ਼ਾਤਾਂ ਵਾਲੇ, ਉੱਚੀਆਂ ਸ਼੍ਰੇਣੀਆਂ ਵਾਲੇ ਨੀਚ ਹੀ ਕਹਿੰਦੇ ਸਨ। ਇਹ ਗੱਲ ਨਾਮਦੇਵ ਸਾਹਿਬ ਨੇ ਵੀ ਬਾਣੀ ਦੇ ਵਿੱਚ ਆਖੀ ਹੈ। ਪਰ ਉਹ ਕਹਿਣ ਲੱਗੇ, ਪੰਡਿਆ ਮੋਕੋ ਢੇਡ ਕਹਿ ਤੇਰੀ ਪੈਜ ਪਿਛਾਉਂਦੀ ਹੋਏਗਾ। ਮੈਨੂੰ ਨੀਚ ਕਹਿੰਦੇ ਨੇ, ਬਾਕੀ ਵਾਹਿਗੁਰੂ ਤੇਰੀ ਇੱਛਾ ਹੈ, ਤੇਰੀ ਰਜ਼ਾ ਹੈ, ਪਰ ਇਹ ਜੋ ਕੁਝ ਕਹਿ ਰਹੇ ਨੇ ਮੈਂ ਉਹਦਾ ਜ਼ਿਕਰ ਕਰ ਰਿਹਾ। ਭਗਤ ਰਵਿਦਾਸ ਜੀ ਨੇ ਆਖਿਆ, ਆ ਬਿਪਰ ਪ੍ਰਧਾਨ ਤੇ ਕਰੈ ਡੰਡੌਤ, ਤੇਰੇ ਨਾਮ ਸ਼ਰਣਾਏ ਰਵਿਦਾਸ ਦਾਸਾ। ਕਹਿੰਦੇ ਹੁਣ ਵੱਡੇ ਵੱਡੇ ਜਿਹੜੇ ਵਿਦਵਾਨ ਪੰਡਿਤ ਨੇ ਨਾ, ਜਿਹੜੇ ਕੱਲ ਸਾਨੂੰ ਕਹਿੰਦੇ ਸਨ ਤੂੰ ਨੀਚ ਹੈ, ਤੂੰ ਨੀਵਾਂ ਹੈ, ਤੇਰਾ ਜੀਵਨ ਜਨਮ ਸਿੱਧ ਹੀ ਨੀਵਾਂ, ਤੂੰ ਉੱਚਾ ਨਹੀਂ, ਤੈਨੂੰ ਸਾਡੇ ਬਰਾਬਰ ਬੈਠਣਾ ਤਾਂ ਕੀ, ਸਾਡੇ ਨੇੜੇ ਵੀ ਨਹੀਂ ਆਉਣਾ ਚਾਹੀਦਾ। ਐਸੀ ਵਰਗ ਵੰਡ ਕੀਤੀ ਹੋਈ ਸੀ, ਊਚ ਨੀਚ, ਛੂਤ ਛਾਤ ਦੇ ਭੇਦ ਭਾਵ ਪੈਦਾ ਕੀਤੇ ਸਨ। ਭਗਤ ਰਵਿਦਾਸ ਜੀ ਕਹਿੰਦੇ, ਆਪ ਬਿਪਰ ਪ੍ਰਧਾਨ ਤੇ ਕਰੈ ਡੰਡੌਤ। ਉਹ ਵੀ ਆ ਕੇ ਮੇਰਾ ਸਤਿਕਾਰ ਕਰਦੇ ਨੇ ਕਈ ਉਹਨਾਂ ਦੇ ਵਿੱਚੋਂ। ਕਿਉਂ? ਤੇਰੇ ਨਾਮ ਸ਼ਰਣਾਏ ਰਵਿਦਾਸ ਦਾਸਾ, ਤੇਰਾ ਦਿੱਤਾ ਹੋਇਆ ਨਾਮ ਮੇਰੇ ਪੱਲੇ ਹੈ, ਤੇਰੀ ਇਬਾਦਤ, ਤੇਰੇ ਗੁਣ, ਤੇਰੀ ਉੱਚੀ ਬਖਸ਼ਿਸ਼ ਕੀਤੀ ਆਤਮਿਕ ਅਵਸਥਾ ਮੇਰੇ ਕੋਲ ਹੋਣ ਕਰਕੇ
ਮੇਰਾ ਸਤਿਕਾਰ ਬਣ ਗਿਆ। ਵੇਖੋ ਸਰੀਰ ਦੇ ਜਿਹੜੇ ਭਾਂਡੇ ਨੇ, ਇਹਨੂੰ ਗੁਰੂ ਸਾਹਿਬ ਜੀ ਨੇ ਆਖਿਆ ਭਾਂਡਾ ਹੈ ਸਰੀਰ। ਜਿਹੋ ਜਿਹੀ ਵਸਤੇ ਦੇ ਵਿੱਚ ਪਾਈ ਜਾਏਗੀ ਉਹੋ ਜਿਹਾ ਇਹਦਾ ਪ੍ਰਭਾਵ ਬਣ ਜਾਏਗਾ। ਜਿਹੜਾ ਬੰਦਾ ਦਿਨ ਰਾਤ ਈਰਖਾ ਕਰ ਰਿਹਾ, ਲੋਕ ਉਹਨੂੰ ਈਰਖਾਲੂ ਹੀ ਕਹਿਣਗੇ ਨਾ, ਕਿਉਂਕਿ ਭਾਂਡੇ 'ਚ ਉਹ ਕੁਝ ਹੈ। ਜਿਸ ਵਿੱਚ ਸ਼ੁਭ ਗੁਣ ਨੇ, ਰੱਬੀ ਗੁਣਾਂ ਦੀ ਦਾਤ ਹੈ, ਉਹਦਾ ਸਤਿਕਾਰ ਉਸ ਹਿਸਾਬ ਨਾਲ ਬਣ ਜਾਏਗਾ। ਭਾਵ ਅੰਦਰ ਦੀ ਵਸਤ ਕਰਕੇ ਜੋ ਅਸੀਂ ਜੀ ਰਹੇ ਹਾਂ, ਜੋ ਅਸੀਂ ਕਮਾ ਰਹੇ ਹਾਂ, ਉਹਦੇ ਆਧਾਰ ਦੇ ਉੱਤੇ ਸਾਡਾ ਮਾਣ ਸਨਮਾਨ ਸੰਸਾਰ ਦੇ ਵਿੱਚ ਬਣਦਾ ਹੈ। ਜਿਸ ਨੂੰ ਬਾਣੀ 'ਚ ਕਿਹਾ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਭਾਈ ਸਾਹਿਬ ਭਾਈ ਗੁਰਦਾਸ ਜੀ ਜਿਸ ਵੇਲੇ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਜੀ ਦੀ ਸ਼ੋਭਾ ਵਡਿਆਈ ਉਸਤਤੀ ਦੇ ਵਿੱਚ ਆਪਣੀਆਂ ਵਾਰਾਂ ਵਿੱਚ ਜ਼ਿਕਰ ਕਰਦੇ ਹਨ, ਕਿਉਂਕਿ ਭਾਈ ਗੁਰਦਾਸ ਜੀ ਇੱਕ ਸ਼ਰਧਾਵਾਨ ਗੁਰੂ ਦੇ ਉੱਤੇ ਪੂਰਨ ਵਿਸ਼ਵਾਸ ਰੱਖਣ ਵਾਲੇ ਗੁਰਸਿੱਖ ਨੇ। ਔਰ ਭਾਈ ਸਾਹਿਬ ਜੀ ਦੀਆਂ ਲਿਖਤਾਂ ਅਸੀਂ ਇਸ ਕਰਕੇ ਵੀ ਪੜ੍ਹਨੀਆਂ ਨੇ, ਸਾਡੇ ਲਈ ਜ਼ਰੂਰੀ ਨੇ ਸਮਝਣੀਆਂ ਵੀ ਇੱਕ ਸਿੱਖ ਦੇ ਅੰਦਰ ਕੈਸਾ ਵਿਸ਼ਵਾਸ ਗੁਰੂ ਦੇ ਪ੍ਰਤੀ ਹੋਣਾ ਚਾਹੀਦਾ ਹੈ। ਇੱਕ ਸਿੱਖ ਦੇ ਜੀਵਨ ਦੇ ਅੰਦਰ ਗੁਰੂ ਦਾ ਕਿਹੋ ਜਿਹਾ ਬਿੰਬ ਉੱਭਰ ਕੇ ਆਉਣਾ ਚਾਹੀਦਾ ਹੈ। ਇੱਕ ਸਿੱਖ ਦੀ ਸੁਰਤ ਦੇ ਵਿੱਚ ਗੁਰੂ ਨਾਨਕ ਮਹਾਰਾਜ ਜੀ ਦੀ ਕੀ ਜਗ੍ਹਾ ਹੈ, ਕੀ ਥਾਂ ਹੈ, ਇਹ ਜਾਣਨਾ ਹੋਵੇ ਤਾਂ ਸਾਨੂੰ ਆਪਣੇ ਬਜ਼ੁਰਗਾਂ ਦੀਆਂ ਲਿਖਤਾਂ ਵਾਲੇ ਪਾਸੇ ਪਰਤਣਾ ਪੈਣਾ। ਭਾਈ ਸਾਹਿਬ ਜੀ ਲਿਖਦੇ ਨੇ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਵੇਖਿਆ ਜਾਂਦਾ ਹੈ ਅੱਜ, ਖਿਮਾ ਕਰਨਾ, ਅਸੀਂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੂੰ ਜੋ ਸਾਡੀ ਸਮਝ ਹੁੰਦੀ ਹੈ, ਮੈਂ ਪਹਿਲਾਂ ਬੇਨਤੀ ਕੀਤੀ, ਅਸੀਂ ਉਹਦੇ ਹਿਸਾਬ ਨਾਲ ਹੀ ਬਿਆਨ ਕਰਾਂਗੇ, ਪਰ ਅਸੀਂ ਇੱਕ ਦੂਜੇ ਦਾ ਜੋ ਬਿਆਨ ਹੁੰਦਾ ਨਾ ਉਹਦੇ ਉੱਤੇ ਝਗੜੇ ਵੀ ਬਹੁਤ ਕਰਦੇ ਹਾਂ, ਦੇਖਿਆ ਗਿਆ। ਕੋਈ ਆਖਦਾ ਤੂੰ ਐਵੇਂ ਕਿਉਂ ਬਿਆਨ ਕੀਤਾ, ਐਵੇਂ ਕਿਉਂ ਨਹੀਂ ਕੀਤਾ, ਦੂਸਰਾ ਉਹਨੂੰ ਕਹਿੰਦੇ ਤੂੰ ਐਵੇਂ ਕਿਉਂ ਆਖਿਆ, ਤੂੰ ਐਵੇਂ ਕਿਉਂ। ਵੀ ਇਹ ਅਸੀਂ ਸਮਝਣ ਤੋਂ ਅਸਮਰੱਥ ਹਾਂ। ਵੈਸੇ ਵੀ ਸਾਡੀ ਸਮਝ ਦਾ ਲੈਵਲ ਸਾਰਿਆਂ ਦਾ ਹੀ ਵੱਖਰਾ ਵੱਖਰਾ ਹੈ, ਤੋ ਐਕਸੈਪਟ ਨਹੀਂ ਕਰਦੇ ਅਸੀਂ ਕਿਸੇ ਨੂੰ। ਅਸੀਂ ਚਾਹੁੰਦੇ ਹਾਂ ਜੋ ਮੇਰੇ ਦਿਮਾਗ 'ਚ ਨਾ ਮੈਂ ਇਹਦੇ ਦਿਮਾਗ ਦੇ ਵਿੱਚ ਪਾਵਾਂ ਤੇ ਇਹ ਉਹੋ ਹੀ ਬੋਲੇ ਜੋ ਮੈਂ ਚਾਹੁੰਦਾ ਅੰਦਰੋਂ, ਯਾਨੀ ਕਿ ਰਿਮੋਟ ਮੇਰੇ ਹੱਥ ਹੋਵੇ, ਬਾਕੀ ਸਾਰੇ ਕੰਮ ਇਹੋ ਹੀ ਕਰੇ। ਇਸ ਤਰ੍ਹਾਂ ਹੋ ਨਹੀਂ ਸਕਦਾ। ਹੋ ਸਕਦਾ ਤੁਸੀਂ ਆਪਣੇ ਘਰ ਬੱਚਿਆਂ ਤੇ ਤਜਰਬਾ ਕਰਕੇ ਵੇਖੋ, ਮਾਤਾ ਪਿਤਾ ਤੇ ਪਤਨੀ ਤੇ ਪਤੀ ਤੇ ਭੈਣ ਭਰਾਵਾਂ ਤੇ ਤਜਰਬਾ ਕਰੋ, ਫੇਲ ਹੋ ਜਾਓਗੇ। ਇਹ ਹੋ ਨਹੀਂ ਸਕਦੀ ਗੱਲ ਵੀ ਦੂਸਰਾ ਬੰਦਾ ਆਪਣੀ ਲਾਈਫ ਦਾ ਰਿਮੋਟ ਕੰਟਰੋਲ ਤੁਹਾਡੇ ਹੱਥ 'ਚ ਦੇਵੇ ਤੇ ਤੁਹਾਨੂੰ ਪੁੱਛੇ ਵੀ ਮੈਂ ਕੀ ਬੋਲਾਂ, ਤੁਹਾਨੂੰ ਪੁੱਛੇ ਵੀ ਮੈਂ ਕੀ ਸੋਚਾਂ, ਤੁਹਾਨੂੰ ਪੁੱਛੇ ਵੀ ਕਿ ਮੈਂ ਕੀ ਸੁਣਾ। ਉਸ ਦੇ ਅੰਦਰ ਜਿੰਨੀ ਕੁ ਕਪੈਸਿਟੀ ਹੈ, ਉਹਦੀ ਆਪਣੀ ਸਮਝ ਹੈ, ਉਹਨੇ ਉਹਦੇ ਹਿਸਾਬ ਨਾਲ ਵਰਕ ਕਰਨਾ ਹੈ, ਕੰਮ ਕਰਨਾ ਹੈ। ਇਹ ਸੱਚਾਈ ਅਸੀਂ ਅਜੇ ਤੱਕ ਅਸੀਂ ਐਕਸੈਪਟ ਨਹੀਂ ਕੀਤੀ, ਇਹ ਸਾਡੀ ਮੁਸ਼ਕਲ ਹੈ ਬਹੁਤ ਵੱਡੀ। ਇਹ ਵੀ ਦੂਸਰੇ ਦੀ ਰਿਸਪੈਕਟ ਕਰਨ ਦਾ ਇੱਕ ਢੰਗ ਹੈ, ਇੱਕ ਤਰੀਕਾ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਤੇ ਬਾਣੀ ਦੇ ਵਿਆਖਿਆਕਾਰ, ਬਾਣੀ ਨੂੰ ਜੀਣ ਵਾਲੇ ਗੁਰਸਿੱਖਾਂ ਦੇ ਜੀਵਨ ਤੋਂ ਅਸੀਂ ਬਹੁਤ ਉੱਚੀ ਸੇਧ ਪ੍ਰਾਪਤ ਕਰਨੀ। ਇਸ ਕਰਕੇ ਭਾਈ ਸਾਹਿਬ ਜੀ ਇਹ ਨਹੀਂ ਥੋਪ ਰਹੇ ਸਾਡੇ ਤੇ ਵੀ ਤੂੰ ਮੇਰੇ ਵਾਂਗ ਸੋਚ ਮੇਰੀ ਗੱਲ। ਉਹ ਕਹਿੰਦੇ ਨੇ ਭਾਈ ਮੈਂ ਤਾਂ ਐਵੇਂ ਮਹਿਸੂਸ ਕਰਦਾ, ਸਿੱਖੀ ਨੂੰ ਮੈਂ ਜੀਵਿਆ, ਹੁਣ ਤੂੰ ਵੇਖ। ਹੋ ਸਕਦਾ ਜੇ ਤੂੰ ਇਸ ਗੱਲ ਦਾ ਜਾਣਕਾਰ ਹੋ ਜਾਏ ਤੇ ਮੇਰਾ ਤਜਰਬਾ ਜਿਹੜਾ ਹੈ ਇਸ ਨੂੰ ਤੂੰ ਕਬੂਲ ਕਰ ਲਵੇਂ। ਭਾਈ ਸਾਹਿਬ ਕੀ ਕਹਿੰਦੇ ਹਨ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਇੱਕ ਜਗ੍ਹਾ ਤੇ ਉਹ ਕਹਿੰਦੇ ਨੇ ਜ਼ਾਹਰ ਪੀਰ ਜਗਤ ਗੁਰ ਬਾਬਾ। ਹੁਣ ਇਹ ਸ਼ਬਦ ਵੇਖੋ ਕਿੰਨੇ ਉੱਚੀ ਪਹੁੰਚ ਵਾਲੇ ਸ਼ਬਦ ਨੇ, ਧਿਆਨ ਦਿਓ ਕਿੰਨੀ ਉੱਚੀ ਪਹੁੰਚ ਵਾਲੇ ਸ਼ਬਦ ਨੇ। ਅਸੀਂ ਗੁਰੂ ਨਾਨਕ ਨੂੰ ਕੇਵਲ ਇੱਥੋਂ ਤੱਕ ਸੇਵ ਕਰ ਲਿਆ ਕਿ ਉਹ ਇੱਕ ਮਾਮੂਲੀ ਜਿਹੇ ਸਮਾਜ ਸੁਧਾਰਕ ਨੇ, ਅਸੀਂ ਇੱਥੋਂ ਤੱਕ ਸੇਵ ਕਰ। ਕਿਸੇ ਨੇ ਆਖਿਆ ਨਹੀਂ, ਉਹ ਤਾਂ ਜਿਸ ਤਰ੍ਹਾਂ ਦੇ ਪਹਿਲਾਂ ਹੋ ਚੁੱਕੇ ਪੀਰ ਨੇ, ਫਕੀਰ ਨੇ, ਸਾਧੂ ਮਹਾਤਮਾ ਸਨ, ਉਸ ਤਰ੍ਹਾਂ ਦੇ ਗੁਰੂ ਨਾਨਕ ਸਨ। ਯਾਨੀ ਕਿ ਅਸੀਂ ਉਹਨਾਂ ਵੱਲ ਵੇਖ ਕੇ ਗੁਰੂ ਨਾਨਕ ਦਾ ਲੈਵਲ ਤੈਅ ਕਰਨਾ। ਜੇ ਕੋਈ ਸਮਾਜ ਸੁਧਾਰ ਕਰੇ ਉਹਦੇ ਵੱਲ ਵੇਖ ਕੇ ਗੁਰੂ ਨਾਨਕ ਦਾ ਲੈਵਲ ਤੈਅ ਕਰਨਾ। ਜੋ ਸਾਧੂ ਮਹਾਤਮਾ ਦੀਆਂ ਇਹ ਜਗ੍ਹਾ ਤੇ ਮੰਡਲੀਆਂ ਫਿਰ ਰਹੀਆਂ ਨੇ ਅੱਜ ਸਮਾਜ ਦੇ ਵਿੱਚ, ਇਹਨਾਂ ਵੱਲ ਵੇਖ ਕੇ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੀ ਪਦ ਤੇ ਪਦਵੀ ਨੂੰ ਡਿਸਾਈਡ ਕਰੋਗੇ? ਨਹੀਂ। ਇਹਦਾ ਮਤਲਬ ਹੈ ਤੁਹਾਡਾ ਸਿੱਖ ਵਿਸ਼ਵਾਸ ਕਿੱਥੇ ਖਲੋਤਾ ਹੈ। ਭਾਈ ਸਾਹਿਬ ਵੀ ਇਹਨਾਂ ਦੋਵਾਂ ਗੱਲਾਂ ਤੋਂ ਉੱਪਰ ਨੇ, ਦੋਵਾਂ ਗੱਲਾਂ ਤੋਂ। ਉਹਨਾਂ ਦੇ ਸਾਹਮਣੇ ਬੜੇ ਸਮਾਜ ਸੁਧਾਰਕ ਹੋਣਗੇ, ਪਰ ਭਾਈ ਸਾਹਿਬ ਨੇ ਉਹਨਾਂ ਵੱਲ ਵੇਖ ਕੇ ਗੁਰੂ ਨਾਨਕ ਮਹਾਰਾਜ ਦੀ ਪਦ ਪਦਵੀ ਨਿਸ਼ਚਿਤ ਨਹੀਂ ਕੀਤੀ ਆਪਣੀ ਸੁਰਤ ਵਿੱਚ। ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਵਕਤ ਜਿਸ ਵੇਲੇ ਭਾਈ ਗੁਰਦਾਸ ਜੀ ਹੋਏ, ਉਸ ਵੇਲੇ ਬੜੇ ਹੋਰ ਮਹਾਤਮਾ, ਸਾਧੂ, ਹੋਰ ਕਈ ਭੇਖਾਂ ਲਿਬਾਸਾਂ ਦੇ ਲੋਕ ਤੁਰੇ ਫਿਰਦੇ ਸਨ ਇੱਧਰ ਉੱਧਰ ਆਪਣੇ ਹਿਸਾਬ ਦੇ ਨਾਲ। ਉਹਨਾਂ ਵੱਲ ਵੇਖ ਕੇ ਆਪਣੀ ਸੁਰਤ ਵਿੱਚ ਗੁਰੂ ਨਾਨਕ ਮਹਾਰਾਜ ਜੀ ਦਾ
ਸਤਕਾਰ ਤੈਅ ਨਹੀਂ ਕੀਤਾ, ਬਿੰਬ ਨਹੀਂ ਬਣਾਇਆ। ਇੱਕ ਸਿੱਖ ਦੀ ਦ੍ਰਿਸ਼ਟੀ ਤੋਂ ਉਹਨਾਂ ਨੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੂੰ ਅਕੀਦਤ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ। ਤੇ ਭਾਈ ਗੁਰਦਾਸ ਵਰਗੇ ਗੁਰਮਤਿ ਦੇ ਵਿਆਖਿਆਕਾਰ, ਗੁਰਮਤਿ ਨੂੰ ਜੀਣ ਵਾਲੇ ਤੇ ਬਾਣੀ ਨੂੰ ਲਿਖਣ ਵਾਲੇ ਗੁਰਸਿੱਖ ਦਾ ਇਹ ਵਿਸ਼ਵਾਸ ਹੈ ਵੀ ਮੇਰਾ ਗੁਰੂ ਅਕਾਲ ਰੂਪ ਹੈ, ਉਹ ਖਾਸ ਬਖਸ਼ਿਸ਼ ਹੈ ਮੇਰੇ ਉੱਤੇ ਅਕਾਲ ਪੁਰਖ ਦੀ, ਉਹ ਕੋਈ ਮਾਮੂਲੀ ਚੀਜ਼ ਨਹੀਂ ਹੈ। ਮੇਰੇ ਲਈ ਤਾਂ ਸਾਰਾ ਕੁਝ ਉਹੀ ਹੈ, ਮੇਰੀ ਤਾਂ ਦੌੜ ਉਹਦੇ ਉੱਤੇ ਜਾ ਕੇ ਖਤਮ ਹੋ ਜਾਂਦੀ, ਦੁਨੀਆ ਜੋ ਮਰਜ਼ੀ ਆਖੇ। ਮੈਂ ਉਹਨੂੰ ਕ੍ਰੋਸ ਨਹੀਂ ਕਰਦਾ, ਮੇਰੀ ਸਾਰੀ ਦੌੜ ਉਹਦੇ ਤੱਕ ਹੈ ਵੀ ਮੈਂ ਕਿਸੇ ਤਰ੍ਹਾਂ ਉਹਦੀ ਨਿਗਾਹ 'ਚ ਪ੍ਰਵਾਨ ਹੋ ਜਾਵਾਂ। ਉਹਦੇ ਦਰ ਤੇ ਪ੍ਰਵਾਨ ਹੋਇਆ, ਰੱਬ ਦੇ ਦਰ ਤੇ ਪ੍ਰਵਾਨ ਹੋ ਜਾਵਾਂਗਾ। ਕਈ ਵਾਰ ਸਾਡੇ ਮਨਾਂ 'ਚ ਆਉਂਦੇ ਨੇ ਖਿਆਲ, ਪਰ ਇਹਦਾ ਭਾਵ ਅਰਥ ਲੈਣਾ ਹੁੰਦਾ, ਸਮਝਣਾ ਹੁੰਦਾ। ਜਿਵੇਂ ਬਾਣੀ ਦੇ ਵਿੱਚ ਕਹਿਣਾ, ਰਾਮ ਹਮ ਸਤਿਗੁਰ ਪਾਰ ਬ੍ਰਹਮ ਕਰ ਮਾਨੇ। ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਗੁਰੂ ਨੂੰ ਰੱਬ ਕਹਿ ਲਓ ਤੇ ਤੁਸੀਂ ਰੱਬ ਨਾਲੋਂ ਟੁੱਟ ਜਾਓ, ਜਿਹਦੀ ਗੱਲ ਗੁਰੂ ਤੁਹਾਨੂੰ ਸਮਝਾਉਣੀ ਚਾਹੁੰਦਾ ਵੀ ਉਹ ਦਵਾਟੀ ਹੀ ਰਹਿ ਜਾ। ਇਹਦਾ ਮਤਲਬ ਇਹ ਨਹੀਂ ਹੈ। ਇਹਦਾ ਮਤਲਬ ਹੈ, ਹੇ ਸਤਿਗੁਰੂ, ਮੈਂ ਤੇਰੇ ਵਿੱਚੋਂ ਰੱਬ ਵੇਖਦਾ ਹਾਂ। ਮੈਨੂੰ ਕੀ ਪਤਾ ਰੱਬ ਕੌਣ ਹੈ, ਮੈਨੂੰ ਕੀ ਪਤਾ ਸੱਚ ਕੀ ਹੈ, ਮੈਨੂੰ ਕੀ ਪਤਾ ਆਤਮਿਕ ਅਵਸਥਾ ਜੀਵਨ ਕੀ ਹੈ। ਇਹ ਸਾਰੀਆਂ ਗੱਲਾਂ ਮੈਨੂੰ ਤੇਰੇ ਕੋਲੋਂ ਹੀ ਸਮਝ ਵਿੱਚ ਆਈਆਂ ਨੇ ਨਾ। ਤੂੰ ਹੀ ਇਹ ਮੈਨੂੰ ਦਾਨ ਦਿੱਤਾ, ਤੂੰ ਤਾਂ ਮੇਰਾ ਜੀਵਨ ਦਾਤਾ ਹੈ। ਮੈਂ ਤੇਰਾ ਸਤਿਕਾਰ ਕਿਉਂ ਨਾ ਕਰਾਂ, ਜਿਸ ਨੇ ਮੈਨੂੰ ਆਤਮਿਕ ਜੀਵਨ ਦੀ ਦਾਤ ਦਿੱਤੀ, ਜਿਸ ਨੇ ਮੈਨੂੰ ਉਸ ਸੱਚ ਦੀ ਸੋਝੀ ਕਰਵਾਈ, ਜਿਸ ਨੇ ਅਕਾਲ ਪੁਰਖ ਨਾਲ ਜੋੜਿਆ, ਜਿਸ ਨੇ ਏਡੀ ਵੱਡੀ ਦੇਣ ਗੁਰਮੁਖਤਾਈ ਦਾ ਸਚਿਆਰਾ ਜੀਵਨ ਬਖਸ਼ਿਸ਼ ਕਰਕੇ ਇਸ ਅਗਿਆਨਤਾ ਦੇ ਅੰਨੇ ਖੂਹ ਵਿੱਚ ਡਿੱਗੇ ਹੋਏ ਨੂੰ ਤੂੰ ਬਾਹੋਂ ਫੜ ਕੇ ਬਾਹਰ ਕੱਢ ਲਿਆ। ਮੈਂ ਤੇਰਾ ਸਤਿਕਾਰ ਕਿਉਂ ਨਾ ਕਰਾਂ, ਇਸ ਨੂੰ ਆਪਣਾ ਰੋਲ ਮਾਡਲ ਕਿਉਂ ਨਾ ਮੰਨਾਂ, ਤੇਰੇ ਜੀਵਨ ਦੇ ਚਾਨਣ ਵਿੱਚ ਕਿਉਂ ਨਾ ਜੀਵਾਂ। ਪ੍ਰਸ਼ਨ ਇਹ ਹੈ। ਅੱਜ ਵੀ ਸਾਡੇ ਕੰਨਾਂ ਵਿੱਚ ਸਰੋਤ ਪਵੇਗੀ, ਬੜੇ ਤਰਕ ਹੋਣਗੇ, ਬੜੇ ਵਿਤਰਕ ਹੋਣਗੇ, ਪਰ ਮੇਰੀ ਬੇਨਤੀ ਇਹ ਹੈ, ਦੱਸੋ ਤੇ ਸਹੀ, ਗੁਰੂ ਨਾਨਕ ਨੂੰ ਮੈਂ ਕਿਹੜੀ ਵਜ੍ਹਾ ਕਰਕੇ ਛੱਡ ਦਿਆਂ? ਉਹਦੇ ਬਦਲ ਵਿੱਚ ਮੈਨੂੰ ਕੀ ਦਿੱਤਾ ਜਾ ਰਿਹਾ ਹੈ? ਔਰ ਉਹ ਕਿਹੜੀ ਚੀਜ਼ ਹੈ ਜੋ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਮੈਨੂੰ ਨਹੀਂ ਬਖਸ਼ਿਸ਼ ਕੀਤੀ? ਇਸ ਕਰਕੇ ਸੰਸਾਰ ਜੋ ਮਰਜ਼ੀ ਆਖੇ, ਮੇਰੀ ਤਾਂ ਦੌੜ ਉਹਨੂੰ ਅੱਖਾਂ ਸਾਹਮਣੇ ਰੱਖ ਕੇ ਸ਼ੁਰੂ ਹੁੰਦੀ ਹੈ ਤੇ ਉਹਦੇ ਤਾਈਂ ਖਤਮ ਹੁੰਦੀ ਹੈ। ਜਿਸ ਰੱਬ ਨੂੰ ਮੈਂ ਜਾਣਿਆ ਨਹੀਂ, ਜਿਸ ਰੱਬ ਨੂੰ ਮੈਂ ਵੇਖਿਆ ਨਹੀਂ, ਜਿਸ ਰੱਬ ਬਾਰੇ ਮੈਂ ਜਾਣਦਾ ਨਹੀਂ, ਉਹਦੀ ਸੋਝੀ ਕਰਵਾਉਣ ਵਾਲਾ ਤੇ ਉਹ ਗੁਰੂ ਹੀ ਹੈ ਨਾ। ਇਸ ਵਾਸਤੇ ਭਾਈ ਸਾਹਿਬ ਜੀ ਦੇ ਸ਼ਬਦ ਸਾਡੇ ਲਈ, ਭਾਈ ਨੰਦ ਲਾਲ ਸਾਹਿਬ ਜੀ ਦੀਆਂ ਗਜ਼ਲਾਂ ਨੂੰ ਪੜ੍ਹ, ਕਿੰਨੀ ਸ਼ਰਧਾ, ਕਿੰਨਾ ਵਿਸ਼ਵਾਸ, ਕਿੰਨਾ ਯਕੀਨ ਉਹਨਾਂ ਦੇ ਵਿੱਚੋਂ ਲਿਖਤਾਂ ਚੋਂ ਸਾਨੂੰ ਪ੍ਰਾਪਤ ਹੁੰਦਾ ਹੈ। ਅੱਜ ਅਸੀਂ ਬੜੇ ਅੱਧੇ ਅਧੂਰੇ, ਟੁੱਟੇ ਭੱਜੇ ਜਿਹੇ ਸ਼ਬਦਾਂ ਦੇ ਨਾਲ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੂੰ ਯਾਦ ਕਰਦੇ ਹਾਂ। ਕਿਵੇਂ ਕਰਨਾ? ਅਸੀਂ ਦੁਕਾਨਾਂ ਕਾਰੋਬਾਰਾਂ ਦੇ ਨਾਮ ਵੀ ਬਹੁਤ ਵੱਧ ਚੜ ਕੇ ਗੁਰੂ ਪਾਤਸ਼ਾਹਾਂ ਦੇ ਨਾਮ ਤੇ ਲਿਖਣ, ਔਰ ਇਵੇਂ ਲਿਖੇ ਨੇ ਵੀ ਜਿਵੇਂ ਅਸੀਂ ਆਪਣੇ ਬੱਚਿਆਂ ਦੇ ਨਾਮ ਦੇ ਉੱਤੇ ਕੋਈ ਚੀਜ਼ ਦਾ ਨਾਮ ਰੱਖ ਲਈਏ ਨਾ, ਇਸ ਤਰ੍ਹਾਂ ਅੱਧੇ ਅਧੂਰੇ ਲਫ਼ਜ਼। ਸਾਨੂੰ ਇਸ ਪਾਸੇ ਬੜਾ ਧਿਆਨ ਦੇਣ ਦੀ ਜ਼ਰੂਰਤ ਹੈ। ਇਸਲਾਮ ਦੇ ਅੰਦਰ ਹਜ਼ਰਤ ਮੁਹੰਮਦ ਸਾਹਿਬ ਦਾ ਅੱਧਾ ਨਾਂ ਲੈਣ ਦਾ ਵਿਧਾਨ ਹੀ ਨਹੀਂ ਅੱਜ ਤੱਕ, ਲਿਖਣ ਦਾ ਵੀ ਨਹੀਂ। ਲਿਖਦੇ ਹੋਇਆ ਨਾ, ਉਹ ਜਿਸ ਵੇਲੇ ਕਹਿਣਗੇ ਸਾਡੇ ਹਜ਼ੂਰ ਨੇ, ਸਾਡੇ ਪੈਗੰਬਰ ਨੇ, ਸਾਡੇ ਉਪਦੇਸ਼ਕਰਤਾ ਨੇ ਆਹ ਗੱਲ ਆਖੀ, ਉਹਦੇ ਉੱਤੇ ਨਿੱਕਾ ਜਿਹਾ ਇੱਕ ਚਿੰਨ੍ਹ ਪਾ ਦੇਣਗੇ। ਇਹਦਾ ਮਤਲਬ ਹੁੰਦਾ ਵੀ ਜਿਸ ਵੇਲੇ ਤੁਸੀਂ ਪੜ੍ਹਨਾ ਹੈ ਤੇ ਪੂਰਾ ਹੀ ਪੜ੍ਹਨਾ ਹੈ। ਲਿਖਣ ਵਾਲਾ ਭਾਵੇਂ ਇੰਨਾ ਹੀ ਕਹਿ ਰਿਹਾ ਮੇਰੇ ਹਜ਼ੂਰ, ਹਜ਼ੂਰ ਦੇ ਉੱਤੇ ਨਿੱਕੀ ਜਿਹੀ ਪੇਸ਼ ਪਾ ਦਿੱਤੀ ਜਾਂਦੀ ਹੈ। ਉਹਦਾ ਮਤਲਬ ਹੈ ਸੱਲੱਲਾਹੁ ਅਲੈਹਿ ਵਸੱਲਮ ਨੇ ਇਹ ਗੱਲ ਆਖੀ ਹੈ। ਉਹ ਸਦੀਆਂ ਤੋਂ ਚੱਲਿਆ ਆ ਰਿਹਾ ਉਹ ਵਿਸ਼ਵਾਸ ਦੀ ਸਪੇਟ ਜਿਹੜੀ ਹੈ, ਉਹ ਅੰਦਰ ਹੀ ਅੰਦਰ ਕੰਮ ਕਰ ਰਹੀ ਹੈ। ਅਸੀਂ ਹਾਂ ਕਿ ਗੁਰੂ ਨਾਨਕ ਮਹਾਰਾਜ ਨੂੰ ਐਵੇਂ ਕਹਿੰਦੇ, ਨਾਨਕ ਆਖਦਾ, ਨਾਨਕ ਨੇ ਕਹਿ ਦਿੱਤਾ, ਨਾਨਕ ਨੇ ਫਲਾਨੀ ਗੱਲ ਕੀਤੀ। ਪਤਾ ਹੀ ਨਹੀਂ ਲੱਗਦਾ ਵੀ ਇਹ ਗੁਰੂ ਨਾਨਕ ਪਾਤਸ਼ਾਹ ਬਾਰੇ ਗੱਲ ਕਰ ਰਹੇ ਵੀ ਆਪਣੇ ਕਿਸੇ ਬੱਚੇ ਬਾਰੇ ਗੱਲ ਕਰ ਰਹੇ ਨੇ। ਅਜੀਬ ਸਾਡੀ ਸੁਰਤ ਹੈ। ਵੈਸੇ ਗੁਰੂ ਭਾਵੇਂ ਇਸ ਗੱਲ ਦੇ ਉੱਤੇ ਨਾ ਖੁਸ਼ ਨਹੀਂ ਹੁੰਦਾ, ਗੁਰੂ ਇਹ ਗੱਲ ਨਹੀਂ ਕਹਿੰਦਾ ਵੀ ਤੂੰ ਮੇਰਾ ਐਵੇਂ ਸਤਿਕਾਰ ਕਰ, ਪਰ ਕੀ ਸਾਡਾ ਸਿੱਖਾਂ ਦਾ ਇਹ ਫਰਜ਼ ਨਹੀਂ ਬਣਦਾ? ਦੁਕਾਨਾਂ ਦੇ ਉੱਤੇ ਲਿਖੇ ਹੋਏ ਨਾਮ ਇਸ ਤਰ੍ਹਾਂ ਲਿਖੇ ਹੁੰਦੇ ਨੇ ਵੀ ਜਿਵੇਂ ਖੋਰੇ ਦੁਕਾਨ ਹੀ ਇਸ ਬੰਦੇ ਦੀ ਹੋਵੇ ਜਿਹਦਾ ਨਾਂ ਲਿਖਿਆ ਹੋਇਆ। ਤੋ ਕਹਿਣ ਤੋਂ ਭਾਵ ਇਹ ਹੈ, ਸਾਡੀ ਸੁਰਤ ਵਿੱਚ ਗੁਰੂ ਨਾਨਕ ਮਹਾਰਾਜ ਜੀ ਦੇ ਪ੍ਰਤੀ ਜੋ ਵਿਸ਼ਵਾਸ, ਜੋ ਉਹਨਾਂ ਦੀ ਪਦ ਪਦਵੀ ਦਾ ਬਿੰਬ ਬਣਨਾ ਚਾਹੀਦਾ ਹੈ, ਸਿੱਧ ਲਈਏ ਭਾਈ ਗੁਰਦਾਸ, ਭਾਈ ਨੰਦ ਲਾਲ ਸਾਹਿਬ ਤੇ ਹੋਰ ਉਹਨਾਂ ਗੁਰਸਿੱਖਾਂ ਦੀਆਂ ਪੁਰਾਣੀਆਂ ਜਿਹੜੀਆਂ ਲਿਖਤਾਂ ਨੇ ਉਹਨਾਂ ਤੋਂ, ਕਿਉਂਕਿ ਉਹ ਗੁਰਮਤਿ ਨੂੰ ਜੀਣ ਵਾਲੇ ਤੇ ਗੁਰੂ ਸਾਹਿਬ ਦੇ ਸਮਕਾਲੀ ਨੇ। ਤੋ ਭਾਈ ਬਲਵੰਡ ਜੀ ਆਖਦੇ ਨੇ,
ਨਾਉ ਕਰਤਾ ਕਾਦਰ ਕਰੇ ਜਿਸ ਦਾ ਨਾਮਣਾ, ਭਾਵ ਜਿਸ ਨੂੰ ਆਤਮਕ ਸੋਝੀ ਤੇ ਵਡਿਆਈ ਅਕਾਲ ਪੁਰਖ ਆਪ ਬਖਸ਼ਿਸ਼ ਕਰਦਾ ਹੈ। ਕਿਉਂ ਬੋਲ ਹੋਵੇ, ਮੇਰੇ ਕੋਲ ਕਿਹੜੇ ਬੋਲ ਨੇ ਜੋ ਕੀਮਤ ਹੈ ਜਿਹਦੇ ਨਾਲ ਮੈਂ ਉਹਨਾਂ ਦੇ ਜੀਵਨ ਨੂੰ ਤੋਲਾਂ, ਮਾਪ ਲਵਾਂ, ਉਹਨਾਂ ਦੇ ਜੀਵਨ ਨੂੰ ਪੂਰਨ ਤੌਰ ਉੱਤੇ ਮੈਂ ਬਿਆਨ ਕਰ ਦਿਆਂ। ਮੇਰੇ ਕੋਲ ਬਿਆਨ ਕਰਨ ਦੀ ਸਮਰੱਥਾ ਨਹੀਂ ਹੈ, ਬਿਲਕੁਲ ਨਹੀਂ ਹੈ। ਜਿਵੇਂ ਮੈਂ ਪਹਿਲਾਂ ਅਰਜ਼ ਕੀਤੀ, ਮੰਨੇ ਕੀ ਗਤ, ਕਿ ਹੁਣ ਗੁਰੂ ਨਾਨਕ ਮਹਾਰਾਜ ਜੀ ਦੇ ਆਪਣੇ ਬੋਲ ਨੇ, ਜਪ ਬਾਣੀ, ਜਿਹਨੂੰ ਆਪਾਂ ਸਤਿਕਾਰ ਨਾਲ ਜਪ ਜੀ ਸਾਹਿਬ ਕਹਿੰਦੇ। ਮੰਨੇ ਕੀ ਗਤ, ਗਤ ਦਾ ਅਰਥ ਹੈ ਉੱਚੀ ਆਤਮਿਕ ਅਵਸਥਾ, ਉਹਦੇ ਬਾਰੇ ਬਿਆਨ ਕਰਨ ਤੋਂ ਮਨਾਹੀ ਨਹੀਂ ਹੈ, ਪਰ ਇੰਨਾ ਕਹਿ ਦਿੱਤਾ ਵੀ ਹੋ ਸਕਦਾ ਭਾਈ ਤੁਸੀਂ ਉਹਦੀ ਅਵਸਥਾ ਦੀ ਥਾਂ ਨਾ ਪਾ ਸਕੋ ਤੇ ਨਾ ਜਾਣ ਸਕੋ ਇਹ ਗੱਲ ਵੀ ਉਹ ਕਿਹੜੇ ਲੈਵਲ ਤੇ ਜੀ ਰਿਹਾ, ਜਾਂ ਉਹਦੇ ਜੀਵਨ 'ਚ ਕਿੰਨੇ ਗੁਣ, ਕਿੰਨੀ ਗੰਭੀਰਤਾ, ਕਿੰਨੀ ਡੂੰਘਾਈ ਹੈ। ਤੁਸੀਂ ਕੋਸ਼ਿਸ਼ ਕਰ ਸਕਦੇ ਹੋ, ਹਰਜ਼ ਕੋਈ ਨਹੀਂ, ਪਰ ਕਹੀ ਨਾ ਜਾਏ, ਪੂਰਨ ਰੂਪ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਜੇ ਕੋ ਕਹੇ, ਕਈ ਵਾਰ ਬੰਦਾ ਕਹਿ ਦਿੰਦਾ ਆਪਣੇ ਮੂੰਹ ਤੋਂ ਮੈਂ ਤਾਂ ਭਾਈ ਜਾਣ ਲਿਆ, ਆਹ ਗੱਲ ਇੰਨੀ ਕੀ ਹੈ, ਪਰ ਜਿਸ ਵੇਲੇ ਜੇ ਕਿਤੇ ਉਹਨੂੰ ਗਾਂਹ ਜਾ ਕੇ ਥੋੜਾ ਬਹੁਤ ਸਮਾਂ ਪਾ ਕੇ ਸੋਝੀ ਆ ਜਾਏ ਨਾ, ਫਿਰ ਉਹਨੂੰ ਆਪਣੀ ਗੱਲ ਤੇ ਮਨ ਹੀ ਮਨ ਝੋਰਾ ਹੁੰਦਾ ਹੈ ਕਿ ਓਹੋ ਮੈਂ ਤਾਂ ਮਿੱਥ ਬੈਠਾ ਸਾਂ, ਇੰਨੀ ਕੀ ਗੱਲ ਹੈ, ਨਹੀਂ ਇਹ ਤਾਂ ਉਦੋਂ ਵੀ ਅੱਗੇ ਹੈ। ਜੇ ਕੋ ਕਹੇ ਪਿੱਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਕਾਗਜ਼ ਦੇ ਉੱਤੇ ਕਲਮ ਦੇ ਨਾਲ ਲਿਖਿਆ ਨਹੀਂ ਜਾ ਸਕਦਾ। ਮੰਨੇ ਕਾ ਬਹਿ ਕਰਨ ਵਿਚਾਰ, ਐਸੇ ਜੀਵਨ ਵਾਲੇ ਬਾਰੇ ਭਾਵੇਂ ਕੋਈ ਬਹੁਤ ਡੂੰਘੀ ਨੀਝ ਨਾਲ ਵਿਚਾਰ ਕਰੇ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਹੋਏ। ਤੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਦੇ ਗੁਨਾ ਸਤ ਭੈਣ ਭਰਾਵ ਹੈ। ਦੇ ਗੁਨਾ ਦਾ ਅਰਥ ਹੈ, ਦੇ ਸ਼ਬਦ ਜਿਹੜਾ ਇਹਦਾ ਭਾਵ ਹੈ ਦੈਵੀ, ਰੱਬੀ ਗੁਣ, ਦਇਆ, ਧਰਮ, ਸਤ, ਸੰਤੋਖ, ਇਹ ਜਿਹੜੇ ਜਿੰਨੇ ਗੁਣ ਨੇ ਨਾ, ਇਹਨਾਂ ਨੂੰ ਰੱਬੀ ਗੁਣ ਮੰਨਿਆ। ਦੈਵੀ, ਦੈਵੀ ਦਾ ਅਰਥ ਹੁੰਦਾ ਹੈ ਰੱਬੀ ਗੁਣ। ਦੇ ਗੁਨਾ ਸਤ, ਸਤ ਦਾ ਅਰਥ ਹੈ ਨਾਮ ਦੇ ਭੈਣ ਭਰਾ ਹਨ, ਗੁਰੂ ਦੇ ਭੈਣ ਭਰਾ ਹਨ। ਇਹਦਾ ਅਰਥ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕੀਤਾ ਹੈ ਵੀ ਇਹ ਜਿਹੜੇ ਗੁਣ ਨੇ ਨਾ, ਇਹ ਗੁਰੂ ਨਾਨਕ ਮਹਾਰਾਜ ਵਿੱਚ ਸੁਤੇ ਸਿੱਧ ਹੀ ਹਨ। ਹੁਣ ਵੇਖੋ ਮੁਹਾਵਰਾ ਕੀ ਵਰਤਿਆ, ਕਹਿੰਦੇ ਇਹ ਦੈਵੀ ਗੁਣ ਗੁਰੂ ਨਾਨਕ ਦੇ ਭੈਣ ਭਰਾ ਨੇ, ਭਾਵ ਸੁਭਾਵਕ ਹੀ ਉਹਨਾਂ ਦੇ ਵਿੱਚ ਨੇ, ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੇ ਹੋਏ, ਸੁਭਾਵਕ ਹੀ। ਅਸੀਂ ਕਿਸੇ ਨੂੰ ਆਖੀਏ ਵੀ ਇਹ ਮੇਰਾ ਭਰਾ ਹੈ, ਦੋਵੇਂ ਫਾਰਮ ਭਰ ਰਹੇ ਨੇ, ਇੱਕ ਨੇ ਆਪਣੇ ਬਾਪ ਦਾ ਨਾਂ ਹੋਰ ਲਿਖਿਆ, ਦੂਸਰੇ ਨੇ ਹੋਰ ਲਿਖਿਆ, ਤੇ ਸਾਹਮਣੇ ਬੈਠੇ ਨੇ ਪੁੱਛ ਲਿਆ, ਕਹਿਣ ਲੱਗੇ ਤੁਸੀਂ ਤੇ ਆਖਿਆ ਅਸੀਂ ਸਕੇ ਭਰਾ, ਤੇ ਬਾਪ ਦਾ ਨਾਂ ਅੱਡੋ ਅੱਡ ਕਿਉਂ ਲਿਖਿਆ? ਕਹਿਣ ਲੱਗੇ ਜੀ ਦਰਅਸਲ ਅਸੀਂ ਇੱਕ ਬਾਪ ਦੀ ਔਲਾਦ ਨਹੀਂ ਹਾਂ, ਇੱਕ ਮਾਂ ਦੀ ਕੁੱਖ ਤੋਂ ਨਹੀਂ ਜਨਮੇ ਹਾਂ। ਇਹਦਾ ਬਾਪ ਹੋਰ ਏ, ਮੇਰਾ ਹੋਰ ਏ, ਮੇਰੀ ਮਾਂ ਹੋਰ ਏ, ਇਹਦੀ ਮਾਂ ਹੋਰ ਏ, ਅਸੀਂ ਦੋਵੇਂ ਭਰਾਵਾਂ ਵਾਂਗ ਰਹਿੰਦੇ ਹਾਂ। ਇੱਕ ਵਿਸ਼ਾ ਵੱਖਰਾ ਹੈ, ਭਰਾ ਹੋਣਾ ਵਿਸ਼ਾ ਵੱਖਰਾ ਹੈ, ਫਰਕ ਸਮਝਣਾ ਦੋਵਾਂ ਦਾ। ਇੱਕ ਹੈ ਇੱਕ ਸੰਬੰਧ ਅਸੀਂ ਜੋੜਿਆ ਹੈ ਸੰਸਾਰ ਵਿੱਚ, ਇੱਕ ਸੰਬੰਧ ਸਾਡਾ ਕੁਦਰਤੀ ਸਬਬ ਨਾਲ ਜੁੜਿਆ ਹੋਇਆ ਹੈ, ਦੋਵਾਂ ਵਿੱਚ ਅੰਤਰ ਹੋਏਗਾ, ਦੋਵਾਂ ਵਿੱਚ ਅੰਤਰ ਹੋਏਗਾ। ਅਸੀਂ ਭਰਾਵਾਂ ਵਾਂਗ ਰਹਿੰਦੇ ਹਾਂ, ਅਸੀਂ ਭਰਾਵਾਂ ਵਾਂਗ ਰਿਸ਼ਤਾ ਨਿਭਾਉਂਦੇ ਹਾਂ, ਇਹ ਗੱਲ ਇੱਕ ਅਲੱਗਾ ਹੈ, ਚੰਗੀ ਹੈ, ਪਰ ਇੱਕ ਸੁਭਾਵਕ ਕੁਦਰਤੀ ਸਬੱਬੀ ਤੌਰ ਉੱਤੇ ਮੇਰਾ ਭਰਾ ਹੈ, ਇਹ ਗੱਲ ਬਿਲਕੁਲ ਵੱਖਰੀ ਹੈ। ਇਹਦਾ ਜ਼ਿਕਰ ਕਰਦਿਆਂ ਬੜੀ ਕੀਮਤੀ ਗੱਲ ਵੀ ਗੁਰੂ ਨਾਨਕ ਮਹਾਰਾਜ ਵਿੱਚ ਇਹ ਜਿਹੜੇ ਰੱਬੀ ਗੁਣ ਨੇ ਨਾ, ਸੁਭਾਵਕ ਕੁਦਰਤ ਨੇ ਪੈਦਾ ਕੀਤੇ ਹਨ, ਉਹਨਾਂ ਦੇ ਅੰਦਰ ਇਹ ਦਾਤ ਕੁਦਰਤ ਕਾਦਰ ਨੇ ਆਪ ਟਿਕਾਈ ਹੋਈ ਹੈ। ਦੇ ਗੁਨਾ ਸਤ ਭੈਣ ਭਰਾਵ ਹੈ, ਸੁਭਾਵਕ ਹੀ ਉਹਨਾਂ ਦੇ ਅੰਦਰ ਇਹ ਦਾਤ ਕਾਦਰ ਨੇ ਟਿਕਾਈ। ਪਾਰੰਗਤ ਦਾਨ ਪੜੀਮਦ ਹੈ, ਪਾਰੰਗਤ ਦਾ ਅਰਥ ਹੈ ਪਾਰੰਗਤ, ਉੱਚੀ ਆਤਮਿਕ ਅਵਸਥਾ, ਪਾਰ ਦੀ ਅਵਸਥਾ, ਉੱਚੀ ਆਤਮਿਕ ਅਵਸਥਾ ਜਿਹੜੀ ਹੈ ਪੜੀਮਦ ਹੈ, ਉਹਨਾਂ ਦੀ ਝੋਲੀ ਦੇ ਵਿੱਚ ਪਈ ਹੈ। ਭਾਵ ਅਕਾਲ ਪੁਰਖ ਵਾਹਿਗੁਰੂ ਨੇ ਉਹਨਾਂ ਨੂੰ ਇਹ ਆਤਮਿਕ ਗੁਣਾਂ ਦੇ ਨਾਲ ਨਿਵਾਜ਼ਿਆ। ਅਕਾਲ ਪੁਰਖ ਵਾਹਿਗੁਰੂ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਆਤਮਿਕ ਜੀਵਨ ਦੀ ਦਾਤ ਆਪ ਉਹਨਾਂ ਦੀ ਝੋਲੀ ਦੇ ਵਿੱਚ ਪਾਈ ਹੈ। ਵਾਹਿਗੁਰੂ ਦੇ ਦਰ ਦੇ ਉੱਤੇ ਉਹ ਆਪ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਨਾਲ ਕਬੂਲ ਹੋਏ ਨੇ। ਭੱਟ ਸਾਹਿਬਾਨ ਬਾਣੀ ਦੇ ਵਿੱਚ ਕਹਿੰਦੇ ਨੇ, ਨਾਨਕ ਨਾਮ ਨਿਰੰਜਨ ਜਾਣਿਓ, ਕੀਨੀ ਭਗਤ ਪ੍ਰੇਮ ਲਿਵ ਲਾਈ, ਜੋਤ ਰੂਪ ਹਰਿਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਕਿਉਂਕਿ ਹੁਣ ਭੱਟਾਂ ਨੇ ਜਿਹੜੀ ਗੱਲ ਆਖੀ, ਉਹ ਇੱਕ ਸਿੱਖ ਸ਼ਰਧਾਵਾਨ ਗੁਰੂ ਦੇ ਰਾਹ ਤੇ ਚੱਲ ਕੇ ਜੋ ਉਹਨਾਂ ਦਾ ਅਨੁਭਵ ਹੈ, ਗੁਰੂ ਦੇ ਪ੍ਰਤੀ ਜੋ ਉਹਨਾਂ ਦੇ ਅੰਦਰ ਦੀ ਫੀਲਿੰਗ ਹੈ, ਉਸ ਨੂੰ ਉਹਨਾਂ ਨੇ ਬਿਆਨ ਕੀਤਾ।
ਜਿਹੜਾ ਸਾਡੇ ਉੱਤੇ ਬਹੁਤ ਵੱਡਾ ਉਪਕਾਰ ਕਰ ਦੇਵੇ, ਅਸੀਂ ਕਹਿੰਦੇ ਨੇ ਭਰਾ ਤੂੰ ਤਾਂ ਮੇਰੇ ਲਈ ਰੱਬ ਬਣ ਕੇ ਬੌੜਿਆ, ਇਸ ਤਰ੍ਹਾਂ ਕਹਿੰਦੇ ਆ ਨਾ ਅਸੀਂ। ਭਾਵ ਉਹਦੇ ਉਪਕਾਰ ਤੋਂ ਤੁਸੀਂ ਇੰਨੇ ਪ੍ਰਭਾਵਿਤ ਹੋ, ਉਸ ਦੇ ਉਪਕਾਰ ਤੋਂ ਤੁਸੀਂ ਇੰਨੇ ਇੰਪ੍ਰੈਸ ਹੋ ਕਿ ਤੁਹਾਡਾ ਮਨ ਬੋਲ ਉੱਠਿਆ ਪ੍ਰਭਾਵਿਤ ਹੋ ਕੇ ਵੀ ਤੂੰ ਤਾਂ ਮੇਰੇ ਲਈ ਰੱਬ ਬਣ ਕੇ ਬੌੜਿਆ ਹੈ। ਭੱਟਾਂ ਨੇ ਆਤਮਿਕ ਜੀਵਨ ਗੁਰੂ ਕੋਲੋਂ ਪ੍ਰਾਪਤ ਕੀਤਾ, ਆਖਿਆ ਗੁਰੂ ਮਹਾਰਾਜ ਸਾਡੇ ਵਾਸਤੇ ਰੱਬ ਦਾ ਸੁਨੇਹਾਗਾਰ ਹੋ ਨਿਬੜਿਆ। ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਂ ਸਾਡੇ ਲਈ ਆਤਮਿਕ ਜੀਵਨ ਦੇ ਖਜ਼ਾਨੇ ਖੋਲ ਦਿੱਤੇ ਨੇ। ਮਾਨੋ ਜਿਵੇਂ ਅਕਾਲ ਪੁਰਖ ਵਾਹਿਗੁਰੂ ਆਪ ਸਾਡੀ ਮਦਦ ਕਰਨ ਵਾਸਤੇ ਆ ਬੌੜਿਆ ਹੈ। ਇਸ ਵਾਸਤੇ ਇਹ ਗੱਲਾਂ ਤਾਂ ਭਗਤ ਰਵਿਦਾਸ ਜੀ ਦੇ ਸ਼ਬਦ ਵਿੱਚੋਂ ਤੁਸੀਂ ਸਮਝੋ, ਸੰਤ ਤੁਝੀ ਤਨ ਸੰਗਤ ਪ੍ਰਾਨ। ਹੁਣ ਵੇਖੋ ਗੱਲ ਕਿਵੇਂ ਕਹੀ, ਸੰਤ ਤੁਝੀ ਤਨ। ਇਹ ਜਿਹੜੇ ਸਤ ਸੰਗੀ ਨੇ, ਹੇ ਵਾਹਿਗੁਰੂ, ਇਹ ਤੇਰਾ ਹੀ ਰੂਪ ਨੇ। ਕਿਹਾ ਹੈ ਨਾ ਬਾਣੀ ਚ, ਸੰਤ ਤੁਝੀ ਤਨ। ਸੰਤ ਦਾ ਮਤਲਬ ਹੈ ਸਤ ਸੰਗੀ, ਗਿਣੇ ਚੋਣਵੇਂ ਚਿਹਰੇ ਨਹੀਂ, ਸਤ ਸੰਗੀ। ਸੰਤ ਤੁਝੀ ਤਨ ਇਹ ਵੀ ਕਹੇ, ਜਿਨ੍ਹਾਂ ਨਾ ਵਿਸਰੈ ਨਾਮ ਸੇਕ ਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਜਿੱਥੇ ਐਸੇ ਉੱਚੇ ਆਤਮਿਕ ਜੀਵਨ ਦੀ ਝਲਕ ਵੇਖੀਏ, ਉੱਥੇ ਆ ਕੇ ਵਾਹਿਗੁਰੂ ਤੇਰਾ ਹੀ ਰੂਪ ਨੇ। ਤੇ ਇੱਕ ਦੂਸਰਾ ਪੱਖ ਵੀ ਨਾਲ ਹੀ ਮੈਂ ਕਹਿ ਦਿਆਂ, ਇਹ ਵਿਸ਼ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ। ਕਿਤੇ ਦ੍ਰਿਸ਼ਟੀ ਇਹ ਵੀ ਕਹਿੰਦੀ ਆ ਵਾਹਿਗੁਰੂ ਤੇਰਾ ਹੀ ਤਾਂ ਰੂਪ ਹੈ ਸਾਰਾ ਸੰਸਾਰ, ਸਭ ਅੱਖਾਂ ਇਹ ਚਿਹਰੇ ਸਭ ਤੇਰੇ ਹੀ ਤੇ ਨੇ, ਸਹਿਸ ਮੂਰਤ ਨਨਾ ਇੱਕ ਤੋਂ ਹੀ। ਪਰ ਜਦੋਂ ਉਹਦੇ ਸਰੂਪ ਦਾ ਬਿਆਨ ਕੀਤਾ, ਉਦੋਂ ਆਖਿਆ ਨਹੀਂ ਤੂੰ ਨਿਰਾਕਾਰ ਹੈ, ਪਰ ਜਿਹੜਾ ਤੇਰੀ ਸੋਝੀ ਦਿੰਦਾ ਉਹ ਤੇਰਾ ਹੀ ਰੂਪ ਹੈ। ਆ ਸੰਸਾਰ ਵੀ ਤੇਰਾ ਹੀ ਰੂਪ ਹੈ। ਉਹ ਵੱਖਰੇ ਵੱਖਰੇ ਫੀਲਿੰਗ ਜਿਹੜੀ ਹੈ ਵੱਖਰੇ ਵੱਖਰੇ ਢੰਗ ਨਾਲ ਬਿਆਨ ਕੀਤੀ ਹੈ। ਇਹਨਾਂ ਗੱਲਾਂ ਨੂੰ ਰਲ ਗੱਡ ਕਰਕੇ ਹੀ ਅਸੀਂ ਬਹੁਤੇ ਉਲਝੇ ਹੋਏ ਹਾਂ। ਰਲ ਗੱਡ ਕਰ ਲਿਆ ਅਸੀਂ ਸਾਰਾ ਕੁਝ, ਜਿਹੜਾ ਕਰੀ ਜਾ ਰਹੇ ਫੋਕਟ ਵਿੱਚ, ਉਹਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਵੀ ਆਹ ਗੱਲ ਕਿਸ ਪ੍ਰਥਾ ਹੈ, ਆਖੀਏ ਇਸ ਗੱਲ ਵਿੱਚ ਕਿਹੜੇ ਟੌਪਿਕ ਕਿਹੜੇ ਵਿਸ਼ੇ ਦੀ ਗੱਲ ਹੈ, ਇਸ ਗੱਲ ਵਿੱਚ ਕਿਹੜਾ ਅੰਦਾਜ਼ ਕਿਹੜੇ ਢੰਗ ਨਾਲ ਬਿਆਨ ਕੀਤੀ ਹੈ। ਇਹ ਫਰਕ ਹੈ ਬਾਣੀ ਦੇ ਵਿੱਚ, ਸਾਨੂੰ ਇਹ ਸਮਝਣਾ ਪਏਗਾ। ਤੋ ਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ, ਨਾਨਕ ਰਾਜ ਚਲਾਇਆ। ਭਾਈ ਰਾਏ ਬਲਵੰਡ ਜੀ ਕਹਿੰਦੇ ਨੇ, ਨਾਨਕ ਨੇ ਕੱਕੇ ਨੂੰ ਸਿਹਾਰੀ ਪਾਈ ਹੋਈ ਹੈ। ਗੁਰੂ ਨਾਨਕ ਨੇ ਕੀ ਕੀਤਾ? ਰਾਜ ਚਲਾਇਆ। ਹੁਣ ਵੇਖੋ ਵਿਆਕਰਨਕ ਨੇਮ ਨੇ ਨਾ ਗੁਰੂ ਗ੍ਰੰਥ ਸਾਹਿਬ 'ਚ, ਜਿਹੜਾ ਨਾਨਕ ਸ਼ਬਦ ਆਉਂਦਾ ਹੈ ਉਹਦੇ ਕੱਕੇ ਨੂੰ ਔਂਕੜ ਵੀ ਲੱਗ ਜਾਂਦਾ ਹੈ, ਕਿਤੇ ਕੱਕਾ ਮੁਕਤਾ ਵੀ ਹੁੰਦਾ ਹੈ, ਕਿਤੇ ਕੱਕੇ ਨੂੰ ਅੱਗੇ ਹਾਹਾ ਪਾਇਆ ਜਾਂਦਾ ਹੈ, ਕਿਤੇ ਇੱਥੇ ਹੁਣ ਸਿਹਾਰੀ ਪਈ ਹੋਈ ਹੈ। ਇਹਦਾ ਮਤਲਬ ਹੁੰਦਾ ਹੈ ਦੁਆਰਾ, ਰਾਹੀਂ, ਨੇਮ ਇਹ ਗੱਲ ਕਹਿੰਦਾ ਜੋ ਬਾਣੀ ਦੇ ਵਿੱਚ ਲਿਖਿਆ। ਮੈਂ ਪਹਿਲਾਂ ਵੀ ਇਹ ਗੱਲ ਆਪ ਜੀ ਦੇ ਨਾਲ ਸਾਂਝੀ ਕੀਤੀ ਸੀ ਵੀ ਜਿਹੜੇ ਸੱਜਣੇ ਗੱਲ ਆਖਦੇ ਹਨ ਬਾਣੀ ਬ੍ਰਹਮ ਗਿਆਨ ਹੈ, ਇਹਦਾ ਕੋਈ ਨੇਮ ਨਹੀਂ ਹੋ ਸਕਦਾ, ਉਹ ਇਹ ਗੱਲ ਭੁੱਲ ਜਾਂਦੇ ਹਨ ਕਿ ਬਾਣੀ ਜਿਹੜੀ ਏ ਉਹ ਭਾਸ਼ਾ 'ਚ ਲਿਖੀ ਗਈ ਹੈ, ਰੂਲ ਭਾਸ਼ਾ ਦੇ ਨੇ, ਬ੍ਰਹਮ ਗਿਆਨ ਦੇ ਨਹੀਂ। ਬ੍ਰਹਮ ਗਿਆਨ ਤਾਂ ਉਹ ਹੈ ਜੋ ਉਪਦੇਸ਼ ਤੁਹਾਨੂੰ ਆਤਮਿਕ ਸੋਝੀ ਮਿਲ ਰਹੀ ਹੈ। ਤੋ ਜੇ ਭਾਸ਼ਾ ਦੇ ਵਿੱਚ ਬਿਆਨ ਕੀਤੇ ਨੇ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਜਿੰਨੇ ਵੀ ਸ਼ਬਦ ਨੇ, ਜਿੰਨਾ ਵੀ ਉਪਦੇਸ਼ ਹੈ, ਤਾਂ ਭਾਸ਼ਾ ਦਾ ਤਾਂ ਰੂਲ ਪਿਆਰਿਓ ਹੁੰਦਾ ਹੀ ਹੈ। ਕੋਈ ਬੇਨਿਯਮੀ ਭਾਸ਼ਾ ਨਹੀਂ ਹੁੰਦੀ ਸੰਸਾਰ ਵਿੱਚ। ਉਹਦੀ ਲੈ ਹੈ, ਉਹਦੀ ਸੁਰ ਹੈ, ਉਹਦਾ ਤਾਲ ਹੈ, ਉਹਨੂੰ ਬੋਲਣ ਦਾ ਢੰਗ ਹੈ, ਉਸ ਸ਼ਬਦ ਦਾ ਕੋਈ ਪਿਛੋਕੜ ਹੈ, ਉਸ ਸ਼ਬਦ ਦੀ ਕੋਈ ਉਤਪਤੀ ਹੈ, ਉਹ ਸ਼ਬਦ ਨੇ ਕੋਈ ਸਫ਼ਰ ਕੀਤਾ ਹੁੰਦਾ ਹੈ, ਉਹ ਸ਼ਬਦ ਦਾ ਫਿਰ ਇੱਕ ਵਿਆਕਰਣ ਦਾ ਰੂਲ ਬਣ ਜਾਂਦਾ ਹੈ। ਇਹ ਸਾਰੀਆਂ ਗੱਲਾਂ ਬੋਲੀ ਦੇ ਨਾਲ, ਭਾਸ਼ਾ ਦੇ ਨਾਲ ਤਾਲੁਕ ਤੇ ਸੰਬੰਧ ਰੱਖਦੀਆਂ ਨੇ। ਤਾਂ ਅਸੀਂ ਇੱਥੇ ਆ ਕੇ ਨਾ ਕਈ ਵਾਰ ਭੁਲੇਖੇ 'ਚ ਪੈ ਜਾਂਦੇ ਹਾਂ। ਨਹੀਂ, ਬ੍ਰਹਮ ਗਿਆਨ ਦਾ ਕੋਈ ਵਿਆਕਰਣ ਨਹੀਂ ਹੈ, ਇਹ ਪੂਰਨ ਸੱਚ ਹੈ ਗੱਲ। ਪਰ ਜਿਹੜੀ ਸ਼ਬਦਾਵਲੀ ਹੈ ਨਾ, ਉਹਦਾ ਬੋਲੀ ਜਿਹੜੀ ਭਾਸ਼ਾ, ਉਹਦਾ ਤੇ ਰੂਲ ਹੁੰਦਾ ਹੈ ਨਾ ਕੋਈ ਨਾ ਕੋਈ ਬੋਲਣ ਦਾ। ਅੰਗਰੇਜ਼ੀ ਦੀ ਆਪਣੀ ਗ੍ਰਾਮਰ ਹੈ, ਪੰਜਾਬੀ ਦੀ ਆਪਣੀ ਗ੍ਰਾਮਰ ਹੈ, ਸੰਸਕ੍ਰਿਤ ਦੀ ਆਪਣੀ ਗ੍ਰਾਮਰ ਹੈ, ਤੇ ਧਰਮ ਗ੍ਰੰਥਾਂ ਦੇ ਵਿੱਚ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬੋਲੀਆਂ ਵਰਤੀਆਂ ਗਈਆਂ, ਉਹਨਾਂ ਸ਼ਬਦਾਂ ਦੇ ਵੀ ਕੋਈ ਪਿਛੋਕੜ ਨੇ। ਵਿਦਵਾਨ ਦੱਸਦੇ, ਹੁਣ ਮੈਂ ਇੱਕ ਸ਼ਬਦ ਤੁਹਾਡੇ ਨਾਲ ਸਾਂਝਾ ਕਰਨਾ। ਜਨ ਸ਼ਬਦ ਬਾਣੀ 'ਚ ਆਉਂਦਾ, ਜਨ ਦਾ ਅਰਥ ਹੈ ਸੇਵਕ। ਇਹਦੇ ਵਿੱਚ ਹੀ ਅੱਗੇ ਜਾ ਕੇ ਆਏਗਾ ਇਸੇ ਬਾਣੀ ਦੇ ਵਿੱਚ, ਬਲਵੰਡ ਖੀਵੀ ਨੇਕ ਜ਼ਨ। ਇਹ ਹੁਣ ਫਾਰਸੀ ਦਾ ਸ਼ਬਦ ਹੈ। ਜ਼ਨ ਦਾ ਅਰਥ ਹੁੰਦਾ ਔਰਤ। ਫਰਕ ਪੈ ਗਿਆ। ਜੇ ਸਾਨੂੰ ਇਹਦਾ ਪਿਛੋਕੜ ਨਹੀਂ ਪਤਾ ਹੋਏਗਾ, ਉਲਝਣ ਖੜੀ ਹੋ ਜਾਏਗੀ। ਇਸ ਵਾਸਤੇ ਸਤਿਗੁਰੂ ਮਹਾਰਾਜ ਨੇ ਨਿਯਮ ਬਾਣੀ ਦੇ ਵਿੱਚ ਜਿਹੜੇ ਸਾਨੂੰ ਵਰਤੇ ਤਾਂ ਕਿ ਅਰਥ ਭਾਵ ਸਪਸ਼ਟ ਹੋ ਜਾਏ। ਨਾਨਕ ਰਾਜ ਚਲਾਇਆ। ਗੁਰੂ ਨਾਨਕ ਨੇ ਧਰਮ ਦਾ ਰਾਜ ਚਲਾਇਆ। ਕਿਵੇਂ? ਸੱਚ ਕੋਟ, ਸੱਚ ਦਾ ਕਿਲਾ ਬਣਾ ਕੇ ਸਤਾਣੀ ਨੀਮ ਦਾ ਆਤਮਿਕ ਬਲ ਦੀ ਨੀਂਹ ਰੱਖੀ।
ਆਤਮਕ ਬਲ ਦੀ ਨੀਂਹ ਰੱਖ ਕੇ ਉਹਨਾਂ ਨੇ ਸੱਚ ਰੂਪ ਕਿਲਾ ਉਸਾਰਿਆ। ਕਿੱਡੀ ਵੱਡੀ ਗੱਲ ਕਹਿ ਦਿੱਤੀ ਵੀ ਸੱਚ ਨੂੰ ਕਮਾਉਂਦਾ ਹੈ ਬੰਦਾ ਆਤਮਕ ਬਲ ਨਾਲ। ਕੋਈ ਵੀ ਗੁਣ ਸੰਸਾਰ 'ਚ ਚੰਗਿਆਈ ਕਮਾਈ ਜਾਂਦੀ ਹੈ ਆਤਮਕ ਬਲ, ਸਵੈ ਵਿਸ਼ਵਾਸ ਨਾਲ। ਜੇ ਆਤਮਕ ਬਲ ਦੀ ਕਮੀ ਹੈ ਬੰਦਾ ਚੰਗਾ ਕੰਮ ਕਰ ਹੀ ਨਹੀਂ ਸਕਦਾ। ਅਸੀਂ ਕਿਸੇ ਨੂੰ ਬੜਾ ਕਹਿ ਲਈਏ, ਉਹ ਬੰਦਾ ਕਈ ਵਾਰ ਨਾ, ਮੰਨ ਲਵੋ ਇੱਕ ਉਦਾਹਰਣ ਦੇ ਰਿਹਾ ਹਾਂ, ਇੱਕ ਬੰਦੇ ਨੂੰ ਨਸ਼ੇ ਕਰਨ ਦੀ ਆਦਤ ਹੈ, ਉਹਨੂੰ ਅਸੀਂ ਸਮਝਾਉਂਦੇ, ਉਹਨੂੰ ਡਾਕਟਰ ਸਮਝਾਉਂਦਾ, ਉਹਨੂੰ ਕਈ ਕੁਝ ਸਮਝਾਉਂਦੇ ਨੇ ਲੋਕ, ਨਹੀਂ ਗੱਲ ਬਣਦੀ। ਸਾਰੇ ਹੀਲੇ ਹਰਬੇ, ਸਾਡੀ ਕੋਸ਼ਿਸ਼, ਦੌੜ ਭੱਜ ਸਭ ਫੇਲ ਹੈ, ਕਿਉਂਕਿ ਉਹ ਅੰਦਰੋਂ ਰਾਜ਼ੀ ਨਹੀਂ। ਗੌਰ ਕਰਿਓ, ਕਿਉਂ ਨਹੀਂ ਮੰਨ ਰਿਹਾ ਉਹ ਕਿਸੇ ਦੀ ਗੱਲ? ਕਿਉਂਕਿ ਉਹ ਅੰਦਰੋਂ ਸਾਰੀਆਂ ਫਿਲਾਸਫੀਆਂ, ਸਾਰੇ ਗਿਆਨ, ਸਾਰੀ ਮੈਡੀਕਲ ਸਾਇੰਸ, ਸਾਰੇ ਪਰਿਵਾਰ ਦਾ ਮੋਹ ਪਿਆਰ ਸਭ ਫੇਲ ਹੋ ਗਿਆ, ਕਿਉਂਕਿ ਉਹ ਅੰਦਰੋਂ ਕਮਜ਼ੋਰ ਹੈ, ਉਹ ਰਾਜ਼ੀ ਨਹੀਂ, ਉਹ ਸਟੈਪ ਨਹੀਂ ਲੈਣਾ ਚਾਹੁੰਦਾ। ਪਰ ਇੱਕ ਮਨੁੱਖ ਐਸਾ ਵੀ ਜਿਹਨੂੰ ਇੱਕੇ ਵਾਰ ਕਿਹਾ ਉਹਨੇ ਮੰਨ ਲਈ, ਏਡੀ ਭੈੜੀ ਲੱਤ ਉਹਨੇ ਛੱਡ ਦਿੱਤੀ ਜਿਹਦੀ ਆਸ ਨਹੀਂ ਸੀ ਕੀਤੀ ਜਾ ਸਕਦੀ, ਇੱਕੇ ਵਾਰ। ਕਿਉਂ? ਕਿਉਂਕਿ ਅੰਦਰ ਆਤਮਕ ਬਲ ਪੈਦਾ ਹੋਇਆ। ਗਿਆਨ ਖੜਗ ਲੈ ਮਨ ਸਿਉ ਲੂਝੈ, ਮਨਸਾ ਮਨੈ ਸਮਾਈ ਹੈ। ਆਪਣੇ ਆਪ ਨੂੰ ਉਹਨੇ ਜਿੱਤ ਲਿਆ। ਆਤਮਕ ਬਲ ਤੋਂ ਬਿਨਾਂ ਸੱਚ ਨਹੀਂ ਸੀ ਕਮਾਇਆ ਜਾ ਸਕਦਾ। ਆਪਣੇ ਅੰਦਰ ਦੀ ਤਿਆਰੀ ਤੋਂ ਬਿਨਾਂ ਕੋਈ ਗੱਲ ਨਹੀਂ ਹੋ ਸਕਦੀ ਸੰਸਾਰ ਦੇ ਅੰਦਰ। ਇਸ ਵਾਸਤੇ ਗੁਰੂ ਮਹਾਰਾਜ ਜੀ ਦੇ ਪਰਥਾਏ ਗੱਲ ਲਿਖੀਏ ਭਾਈ ਸਾਹਿਬ ਜੀ ਨੇ, ਕਹਿੰਦੇ ਨੇ, ਨਾਨਕ ਰਾਜ ਚਲਾਇਆ, ਧਰਮ ਦਾ ਰਾਜ ਕਾਇਮ ਕੀਤਾ ਹੈ ਤੇ ਸੱਚ ਦਾ ਕਿਲਾ ਉਸਾਰਿਆ, ਪਰ ਆਤਮਕ ਬਲ ਦੀ ਨੀਂਹ ਰੱਖ ਕੇ ਉਸਾਰਿਆ ਹੈ। ਲਹਿਣੇ ਧਰਿਓਨ ਛੱਤ ਸਿਰ, ਭਾਈ ਲਹਿਣਾ ਜੀ ਦੇ ਸਿਰ ਉੱਤੇ ਧਰਿਓਨ, ਓਨ ਧਰਿਆ। ਧਰਿਓਨ ਸ਼ਬਦ ਦਾ ਮਤਲਬ ਹੈ ਧਰਿਆ ਓਨ, ਉਸ ਨੇ ਧਰਿਆ, ਭਾਵ ਗੁਰੂ ਨਾਨਕ ਮਹਾਰਾਜ ਨੇ ਭਾਈ ਲਹਿਣਾ ਜੀ ਦੇ ਸਿਰ ਦੇ ਉੱਤੇ ਛਤਰ ਧਰਿਆ, ਉਹਨਾਂ ਨੂੰ ਆਪਣਾ ਉੱਤਰਾਧਿਕਾਰੀ ਬਣਾਇਆ। ਕਿਉਂ ਬਣਾਇਆ? ਇਹਦਾ ਉੱਤਰ ਦਿੰਦੇ ਨੇ, ਕਰ ਸਿਫਤੀ ਅੰਮ੍ਰਿਤ ਪੀਵੰਦੈ। ਕਿਉਂਕਿ ਭਾਈ ਲਹਿਣਾ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਦਾ ਨਾਮ ਰੂਪੀ ਅੰਮ੍ਰਿਤ ਪੀਤਾ ਹੈ। ਉਹਨਾਂ ਦੀ ਇਸ ਯੋਗ ਆਤਮਕ ਕਮਾਈ ਦਾ ਸਦਕਾ ਮਾਣ ਤੇ ਸਨਮਾਨ ਜਿਹੜਾ ਹੈ, ਆਤਮਕ ਵਡਿਆਈ ਜਿਹੜੀ ਹੈ, ਗੁਰੂ ਨਾਨਕ ਮਹਾਰਾਜ ਨੇ ਭਾਈ ਲਹਿਣਾ ਜੀ ਨੂੰ ਬਖਸ਼ਿਸ਼ ਕੀਤੀ। ਮਤ ਗੁਰ ਆਤਮ ਦੇਵ ਦੀ ਖੜਗ ਜ਼ੋਰ ਪਰਾ ਕੋਈ ਜੀਦ ਹੈ। ਪਰ ਗੁਰੂ ਨਾਨਕ ਮਹਾਰਾਜ ਨੇ ਫਿਰ ਕੀ ਕੀਤਾ? ਭਾਈ ਲਹਿਣਾ ਜੀ ਨੂੰ ਕੀ ਦਾਤ ਦਿੱਤੀ ਹੈ? ਕਹਿੰਦੇ ਨੇ, ਮਤ ਆਤਮਕ ਸੋਝੀ, ਗੁਰ ਆਤਮ ਦੇਵ ਦੀ, ਆਤਮ ਦੇਵ ਪ੍ਰਭੂ ਪਰਮਾਤਮਾ ਦੀ, ਗੁਰੂ ਦੀ ਆਤਮਕ ਸੋਝੀ, ਆਤਮਕ ਗਿਆਨ ਜਿਹੜਾ ਹੈ, ਖੜਗ ਜ਼ੋਰ, ਖੜਗ ਦਾ ਮਤਲਬ ਹੈ ਗਿਆਨ ਦੇ ਜ਼ੋਰ ਨਾਲ, ਪਰਾਕੋਏ ਦਾ ਮਤਲਬ ਪਰਾਕਰਮ ਕਰਨਾ, ਜਿੱਤ ਲੈਣਾ, ਜੀਦ ਹੈ। ਗੁਰੂ ਨਾਨਕ ਮਹਾਰਾਜ ਨੇ ਆਪਣੇ ਗਿਆਨ ਸ਼ਬਦ ਦੀ ਤਲਵਾਰ ਦੇ ਜ਼ੋਰ ਨਾਲ ਭਾਈ ਲਹਿਣੇ ਦੇ ਮਨ ਨੂੰ ਜਿੱਤ ਲਿਆ। ਸ਼ਬਦ ਦਾ ਪ੍ਰਭਾਵ ਭਾਈ ਲਹਿਣਾ ਜੀ ਦੀ ਸੁਰਤ ਤੇ ਮਨ ਉੱਤੇ ਪਾਇਆ, ਪਰਾਕਰਮ ਕਰ ਲਿਆ, ਉਸਨੂੰ ਜਿੱਤ ਲਿਆ ਉਸਨੂੰ। ਤੇ ਫਿਰ ਮਤ ਗੁਰ ਆਤਮ ਦੇਵ ਦੀ, ਆਤਮਕ ਗੁਰੂ ਅਕਾਲ ਪੁਰਖ ਵਾਹਿਗੁਰੂ ਦੀ ਸੋਝੀ ਕਰਵਾਈ, ਗਿਆਨ ਦਿੱਤਾ, ਆਤਮਕ ਜੀਵਨ ਦੀ ਦਾਤ ਬਖਸ਼ਿਸ਼ ਕੀਤੀ। ਤੇ ਇਹ ਦਾਤ ਦੇਣ ਤੋਂ ਬਾਅਦ ਫਿਰ ਕੀ ਹੋਇਆ? ਵੇਖੋ, ਦੋ ਗੱਲਾਂ ਕਹਿ ਦਿੱਤੀਆਂ ਨੇ, ਇਸ ਨੂੰ ਜਾਣਨ ਦਾ ਯਤਨ ਕਰਨਾ। ਪਹਿਲੀ ਪੰਕਤੀ ਵਿੱਚ ਇਹ ਗੱਲ ਆਖੀ ਵੀ ਭਾਈ ਲਹਿਣਾ ਜੀ ਨੇ ਅਕਾਲ ਪੁਰਖ ਦੀ ਸਿਫਤ ਨਾਮ ਰੂਪੀ ਅੰਮ੍ਰਿਤ ਪੀਤਾ ਹੈ, ਤੇ ਗੁਰੂ ਨਾਨਕ ਮਹਾਰਾਜ ਨੇ ਇਹ ਅੰਮ੍ਰਿਤ ਦੀ ਦਾਤ ਉਹਨਾਂ ਨੂੰ ਕਿਵੇਂ ਦਿੱਤੀ, ਆਤਮਕ ਸੋਝੀ ਕਿਵੇਂ ਦਿੱਤੀ? ਖੜਗ ਜ਼ੋਰ, ਗਿਆਨ ਦੀ ਤਲਵਾਰ ਦੇ ਜ਼ੋਰ ਨਾਲ ਉਹਨਾਂ ਦੇ ਜੀ ਨੂੰ ਜਿੱਤ ਕੇ, ਉਹਨਾਂ ਦੇ ਜੀ ਦੇ ਉੱਤੇ ਸ਼ਬਦ ਦਾ ਆਤਮਕ ਬਲ ਦਾ ਪ੍ਰਭਾਵ ਪਾ ਕੇ। ਭਾਈ ਸਾਹਿਬ ਜੀ ਦੇ ਬਚਨ ਵਿਚਾਰਨ ਯੋਗ ਨੇ ਭਾਈ ਗੁਰੂ ਦਾ, ਜਿੱਥੇ ਉਹ ਕਹਿੰਦੇ ਨਾ, ਸ਼ਬਦ ਜਿੱਤੀ ਸਿੱਧ ਮੰਡਲੀ, ਸ਼ਬਦ ਜਿੱਤੀ। ਹੁਣ ਇਸ ਪੰਕਤੀ ਨੂੰ ਤੇ ਉਸ ਪੰਕਤੀ ਨੂੰ ਤੁਸੀਂ ਰਲਾ ਕੇ ਵੇਖੋ, ਇਵੇਂ ਲੱਗੇਗਾ ਭਾਈ ਗੁਰਦਾਸ ਜੀ ਕੱਲੇ ਸ਼ਬਦਾਂ ਦੀ ਸ਼ਬਦਾਂ ਨਾਲ ਹੀ ਨਹੀਂ, ਭਾਵਾਂ ਦੀ ਵੀ ਭਾਵਾਂ ਦੇ ਨਾਲ ਵਿਆਖਿਆ ਕਰ ਰਹੇ ਹਨ। ਪੂਰੀ ਫੀਲਿੰਗ ਰਲ ਰਹੀ ਹੈ ਗੱਲਬਾਤ ਦੀ। ਇਹ ਨਹੀਂ ਵੀ ਸ਼ਬਦ ਹੀ ਉਹੋ ਜਿਹੇ ਵਰਤ ਰਹੇ ਨੇ। ਜੇ ਇੱਥੇ ਕਿਹਾ ਗਿਆ ਸ਼ਬਦ ਦੇ ਪ੍ਰਭਾਵ ਦੇ ਨਾਲ, ਉੱਥੇ ਵੀ ਉਹ ਕਹਿੰਦੇ ਸ਼ਬਦ ਜਿੱਤੀ ਸਿੱਧ ਮੰਡਲੀ। ਖਿਮਾ ਕਰਿਓ, ਇਹ ਗੱਲ ਹੁਣ ਮੈਂ ਕਹਿਣ ਲੱਗਿਆ, ਅਸੀਂ ਪੁਜਾਰੀ ਤਬਕਾ, ਜਿਹਦੇ ਚ ਅਸੀਂ ਪ੍ਰਚਾਰਕ ਵੀ ਆ ਜਾਂਦੇ ਹਾਂ, ਗ੍ਰੰਥੀ ਵੀ ਆ ਜਾਂਦੇ ਹਾਂ, ਜਿਹਦੇ ਚ ਡੇਰੇਦਾਰ ਵੀ ਆ ਜਾਂਦੇ ਹਨ,
ਉਹਨਾਂ ਕੀ ਕੀਤਾ, ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਲਿਖ ਲਿਖ ਕੇ ਵੇਚਣੇ ਸ਼ੁਰੂ ਕਰ ਦਿੱਤੇ ਜੀ। ਕਹਿੰਦੇ ਭਾਈ ਗੁਰਦਾਸ ਜੀ ਨੇ ਲਿਖਿਆ ਨਹੀਂ ਸ਼ਬਦ ਜਿੱਤੀ ਸਿੱਧ ਮੰਡਲੀ, ਆਹ ਸ਼ਬਦ ਤੁਸੀਂ ਇੰਨੀ ਵਾਰ ਪੜ੍ਹ ਲਿਓ ਫਲਾਨਾ ਕੰਮ ਹੋ ਜਾਏਗਾ। ਲਓ ਜੀ, ਸੇਲ ਲੱਗ ਗਈ। ਇਹ ਪ੍ਰਭਾਵ, ਇਹ ਮਤਲਬ ਨਹੀਂ ਸੀ ਇਸ ਪੰਕਤੀ ਦਾ। ਯਾਨੀ ਕਿ ਅਸੀਂ ਇਹ ਨਹੀਂ ਸੋਚਦੇ ਵੀ ਉਹਨਾਂ ਨੇ ਕੀ ਆਖਿਆ। ਖਿਮਾ ਕਰੋ, ਸਾਡਾ ਤਰੀਕਾ ਇਹ ਹੁੰਦਾ ਵੀ ਸਾਡੀ ਦੁਕਾਨ ਕਿਵੇਂ ਚੱਲ ਸਕਦੀ, ਸਾਨੂੰ ਕਿਹੜੀ ਚੀਜ਼, ਕਿਹੜਾ ਅਰਥ ਕਿਵੇਂ ਫਿੱਟ ਬੈਠ ਸਕਦਾ, ਸਾਡੀ ਸੋਚ ਹੀ ਹੋਰ ਤਰ੍ਹਾਂ ਦੀ ਹੈ। ਇਸ ਵਾਸਤੇ ਖੜਗ ਜ਼ੋਰ ਪਰਾ ਕੋਈ ਜੀਦ ਹੈ। ਤੇ ਅਗਲੀ ਪੰਕਤੀ ਵਿੱਚ ਆਖਦੇ, ਗੁਰ ਚੇਲੇ ਰਹ ਰਾਸ ਕੀ। ਗੁਰੂ ਨੇ, ਇਹਦੇ ਵੀ ਰਾਰੇ ਨੂੰ ਸਿਹਾਰੀ ਹੈ, ਗੁਰੂ ਨੇ ਚੇਲੇ ਆਪਣੇ ਸੇਵਕ ਭਾਈ ਲਹਿਣਾ ਜੀ ਨੂੰ ਰਹ ਰਾਸ ਨਮਸਕਾਰ ਕੀਤੀ। ਗੁਰੂ ਨੇ ਆਪਣੇ ਚੇਲੇ ਨੂੰ, ਸੇਵਕ ਨੂੰ ਨਮਸਕਾਰ ਕੀਤੀ, ਭਾਵ ਉਹਨੂੰ ਸਰਟੀਫਾਈ ਕੀਤਾ, ਉਸ ਨੂੰ ਪ੍ਰਮਾਣੀਕ ਕਰ ਦਿੱਤਾ। ਆਪਣੇ ਵੱਲੋਂ ਪੂਰੇ ਅਧਿਕਾਰ ਜਿਹੜੇ ਸਨ, ਜੋਤ ਜੁਗਤ ਉਸ ਨੂੰ ਬਖਸ਼ਿਸ਼ ਕਰ ਦਿੱਤੀ, ਜਿਹਦੀ ਵਿਆਖਿਆ ਅਗਲੀ ਪੌੜੀ ਦੇ ਵਿੱਚ ਕੱਲ ਨੂੰ ਚੱਲੇਗੀ। ਨਾਨਕ ਸਲਾਮਤ ਥੀਮਦ ਹੈ। ਹੁਣ ਨਾਨਕ ਦੇ ਫਿਰ ਕੱਕੇ ਨੂੰ ਸਿਆਰੀ, ਗੁਰੂ ਨਾਨਕ ਨੇ ਸਲਾਮਤ ਥੀਮਦ ਹੈ। ਸਲਾਮਤ ਦਾ ਅਰਥ ਤੇ ਭਾਵ ਹੈ ਹੋਸ਼ ਤੇ ਹਵਾਸ, ਸਰੀਰਕ ਤੌਰ ਤੇ ਫਿਜ਼ੀਕਲੀ ਵੀ ਤੇ ਸੁਰਤ ਕਰਕੇ ਵੀ, ਸੁਚੇਤ ਰੂਪ ਵਿੱਚ ਗੁਰੂ ਨਾਨਕ ਮਹਾਰਾਜ ਨੇ ਭਾਈ ਲਹਿਣੇ ਨੂੰ ਨਮਸਕਾਰ ਕੀਤੀ। ਤੇ ਅੱਗੇ ਆਖਿਆ, ਸ਼ਹਿ ਟਿੱਕਾ ਦਿਤੋਸ ਜੀਮਦ ਹੈ। ਖਸਮ ਗੁਰੂ ਨਾਨਕ ਨੇ, ਸ਼ਹਿ ਦਾ ਅਰਥ ਹੈ ਖਸਮ, ਖਸਮ ਮਾਲਕ ਗੁਰੂ ਨਾਨਕ ਨੇ। ਟਿੱਕਾ ਦਾ ਮਤਲਬ ਹੈ ਪ੍ਰਮਾਣਿਕਤਾ। ਗੌਰ ਕਰਿਓ, ਟਿੱਕੇ ਦਾ ਮਤਲਬ ਇਹ ਨਹੀਂ ਵੀ ਮੱਥੇ ਤੇ ਟਿੱਕਾ ਲਾਇਆ। ਹੁਣ ਵੇਖੋ, ਅਸੀਂ ਸ਼ਬਦ ਨੂੰ ਪੜ੍ਹ ਲਿਆ, ਭਾਵ ਨੂੰ ਨਹੀਂ ਪੜ੍ਹਿਆ। ਗੁਰੂ ਗ੍ਰੰਥ ਸਾਹਿਬ 'ਚ ਬੜੀਆਂ ਐਸੀਆਂ ਪੰਕਤੀਆਂ ਨੇ ਜਿਸ ਜਗ੍ਹਾ ਦੇ ਉੱਤੇ ਭਾਵ ਅਰਥ ਸਾਡੇ ਸਾਹਮਣੇ ਆਉਂਦੇ ਨੇ, ਤੁਸੀਂ ਕੇਵਲ ਲਫ਼ਜ਼ ਨੂੰ ਨਹੀਂ ਪੜ੍ਹ ਸਕਦੇ। ਜਿਵੇਂ ਬਾਬਾ ਸੁੰਦਰ ਜੀ ਇੱਕ ਪੰਕਤੀ ਦੇ ਵਿੱਚ ਲਿਖਦੇ ਨੇ ਸਦ ਬਾਣੀ ਦੇ ਅੰਦਰ, ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀ। ਹੁਣ ਅੱਧੀ ਪੰਕਤੀ ਅਸੀਂ ਚੁੱਕ ਲਈ, ਮਗਰਲੀ ਛੱਡ ਦਿੱਤੀ, ਕਿਉਂਕਿ ਗੁਆਂਢੀ ਨਾ ਖੁਸ਼ ਨਾ ਹੋ ਜਾਏ। ਚਿੰਤਾ ਇਸ ਗੱਲ ਦੀ ਰਹੀ, ਇਸ ਗੱਲ ਦੀ ਚਿੰਤਾ ਨਹੀਂ ਰਹੀ ਵੀ ਪੂਰੀ ਪੰਕਤੀ ਚੋਂ ਕੀ ਲਿਖਿਆ। ਖਿਆਲ ਹੋਰ ਪਾਸੇ ਚਲਿਆ ਗਿਆ ਨਾ, ਕਿਉਂਕਿ ਟਿੱਕਾ ਤੇ ਤਿਲਕ ਲਾ ਰਹੇ ਸਾਂ, ਇਸ ਕਰਕੇ ਆਪਣੀ ਗੱਲ ਨੂੰ ਜਸਟੀਫਾਈ ਕਰਨਾ ਸੀ ਤੇ ਓਨੀ ਗੱਲ ਚੁੱਕ ਲਈ, ਬਾਕੀ ਛੱਡ ਦਿੱਤੀ। ਉਹ ਅੱਗੇ ਕੀ ਕਿਹਾ ਗਿਆ ਸੀ, ਰਾਮਦਾਸ ਸੋਢੀ ਤਿਲਕ ਦੀਆ, ਕਿਹੜਾ ਤਿਲਕ, ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਗੁਰੂ ਦੇ ਸ਼ਬਦ ਦਾ ਸੱਚਾ ਪਰਵਾਨਾ ਨਿਸ਼ਾਨ ਰੂਪੀ ਤਿਲਕ ਦੇ ਕੇ ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਰਾਮਦਾਸ ਸਾਹਿਬ ਨੂੰ ਪ੍ਰਮਾਣੀਕ ਕਰ ਦਿੱਤਾ। ਹੁਣ ਭਾਵ ਇਹ ਹੈ, ਅਸੀਂ ਸੋਚਿਆ ਖੋਰੇ ਕੋਈ ਰੰਗ ਦਾ ਟਿੱਕਾ, ਕੋਈ ਕੇਸਰ ਦਾ ਟਿੱਕਾ, ਕੋਈ ਇਹ ਚੀਜ਼ਾਂ ਜਿਹੜੀਆਂ ਪੁਰਾਣੇ ਸਮੇਂ 'ਚ ਪੁਜਾਰੀ ਜਜ਼ਮਾਨ ਦੇ ਮੱਥੇ ਤੇ ਲਾ ਕੇ ਉਹਨੂੰ ਆਸ਼ੀਰਵਾਦ ਬਖਸ਼ਿਸ਼ ਕਰਦਾ ਸੀ, ਅਸੀਂ ਉਹੋ ਜਿਹਾ ਭਾਵ ਅਰਥ ਕੱਢ ਲਿਆ। ਐਸੀ ਕੋਈ ਖੇਡ ਨਹੀਂ ਸੀ ਇੱਥੇ। ਟਿੱਕਾ ਸ਼ਬਦ, ਤਿਲਕ ਸ਼ਬਦ, ਇਹ ਪ੍ਰਮਾਣਿਕਤਾ ਵਾਸਤੇ ਵਰਤੇ ਨੇ ਗੁਰੂ ਗ੍ਰੰਥ ਸਾਹਿਬ 'ਚ। ਬੜੀ ਵਾਰ ਇਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਇਆ, ਤੋ ਇਸ ਵਾਸਤੇ ਇਹਨਾਂ ਦਾ ਜ਼ਿਕਰ ਵੀ ਥਾਂ ਥਾਂ ਤੇ ਗੁਰੂ ਗ੍ਰੰਥ ਸਾਹਿਬ 'ਚ ਕੀਤਾ। ਤੋ ਕਈ ਚਲਾਕ ਜਾਂ ਜਾਣ ਬੁੱਝ ਕੇ ਇਸ ਗੱਲ ਨੂੰ ਉਲਟੇ ਢੰਗ ਨਾਲ ਬਿਆਨ ਕਰਨ ਵਾਲੇ ਸੱਜਣ, ਉਹ ਤਿਲਕ ਦਾ ਤੇ ਟਿੱਕੇ ਦਾ ਮਤਲਬ ਕੇਵਲ ਮਸਤਕ ਉੱਤੇ ਲਾਇਆ ਜਾਣ ਵਾਲਾ ਨਿਸ਼ਾਨ ਕੱਢ ਲੈਂਦੇ ਨੇ। ਇਸ ਵਾਸਤੇ ਇਹ ਤਾਂ ਇੱਕ ਫਿਲਾਸਫੀਕਲ ਢੰਗ ਦੇ ਨਾਲ ਸ਼ਬਦ ਵਰਤਿਆ। ਟਿੱਕਾ ਦਾ ਮਤਲਬ ਹੈ ਸਰਟੀਫਾਈ ਕਰਨਾ, ਪ੍ਰਮਾਣੀਕ ਕਰਨਾ। ਖਸਮ ਨਾਨਕ ਨੇ, ਖਸਮ ਗੁਰੂ ਨਾਨਕ ਨੇ ਸ਼ਹਿ ਟਿੱਕਾ ਦਿਤੋਸ ਜੀਵਦ ਹੈ। ਆਪਣੇ ਜੀਵਤ ਹੁੰਦਿਆਂ, ਹੋਸ਼ੋ ਹਵਾਸ, ਸਲਾਮਤ ਹੁੰਦਿਆਂ ਭਾਈ ਲਹਿਣਾ ਜੀ ਨੂੰ ਗੁਰਿਆਈ ਦੀ ਦਾਤ ਬਖਸ਼ਿਸ਼ ਕਰ ਦਿੱਤੀ ਔਰ ਸ਼ਬਦ ਦਾ ਨਿਸ਼ਾਨਾ, ਸ਼ਬਦ ਦਾ ਪ੍ਰਵਾਣਾ ਬਖਸ਼ਿਸ਼ ਕਰ ਦਿੱਤਾ। ਸਤਿਗੁਰੂ ਮਹਾਰਾਜ ਰਹਿਮਤ ਕਰਨ। ਹਜ਼ੂਰ ਜੀ ਦੀ ਅੰਮ੍ਰਿਤਮਈ ਪਾਵਨ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਣ, ਐਸੀ ਬੇਨਤੀ ਹੈ। ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਬੜੇ ਅਦਬ ਸਹਿਤ ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।